सतनाम सतनाम श्री वाहे गुरु जी। दंडोत बंदन अनिक बार सर्ब कला समरथ डोलन ते रखो प्रभु नानक दे कर हाथ। लाहे बडानी आस नानक नाम धियाइए कारज आवे रास। आनंद गुणी निधान गुरु गरीब निवाज। सारी संगत गज के बोलो सतनाम श्री वाहे गुरु जी। शिवा पर मोए एह शुभ कर्मण ते कबहू न करो ना डरो अर्शों जब जाए लरो निश्चय करे अपनी जीत करो। हर सिखो अपने ही मन को लालच हो गुरु चिरो जब आपकी ओद निधार बने अतही रण में तब जूझ मरो बेनती मेरी है बेनती संगते गुरां दिए कह दो वाहे गुरु वाहे गुरु।
ਜ਼ੁਲਮਾਂ ਦੇ ਹਰ ਜਿੰਨੇ ਰੋਕ ਲੈ, ਜ਼ੁਲਮਾਂ ਦੇ ਹਰ ਜਿੰਨੇ ਰੋਕ ਲੈ, ਇੱਕ ਡਾਕ ਜਿੰਨੇ ਰੋਕੀਆਂ ਹਨੇਰੀਆਂ। ਭਾਵੇਂ ਸੈਂਕੜੇ ਤਪਾਈ ਬੈਠੇ ਧੂਣੀਆਂ, ਕੌਣ ਕਰੂ ਦਸ਼ਮੇਸ਼ ਰੀਸਾਂ ਤੇਰੀਆਂ। ਭਾਵੇਂ ਸੈਂਕੜੇ ਤਪਾਈ ਬੈਠੇ ਧੂਣੀਆਂ, ਕੌਣ ਕਰੂ ਦਸ਼ਮੇਸ਼ ਰੀਸਾਂ ਤੇਰੀਆਂ। ਕਸ਼ਮੀਰੀ ਆਏ ਖੱਤ ਕੇ ਮਹੀਰ ਨੇ, ਗੁਰੂ ਦਰਬਾਰ ਆ ਕੇ ਪਾਏ ਜਦੋਂ ਕੀਰ ਨੇ। ਪਿਤਾ ਹੱਸ ਕੁਰਬਾਨੀ ਦੇ ਲਈ ਤੋਰਿਆ, ਛੋਟੀ ਆਰਜੂ ਤੇ ਵੱਡੀਆਂ ਦਲੇਰੀਆਂ। ਪਿਤਾ ਹੱਸ ਕੁਰਬਾਨੀ ਦੇ ਲਈ ਤੋਰਿਆ, ਛੋਟੀ ਆਰਜੂ ਤੇ ਵੱਡੀਆਂ ਦਲੇਰੀਆਂ। ਭਾਵੇਂ ਸੈਂਕੜੇ ਤਪਾਈ ਬੈਠੇ ਧੂਣੀਆਂ, ਕੌਣ ਕਰੂ ਦਸ਼ਮੇਸ਼ ਰੀਸਾਂ ਤੇਰੀਆਂ। ਭਾਵੇਂ ਸੈਂਕੜੇ ਤਪਾਈ ਬੈਠੇ ਧੂਣੀਆਂ, ਕੌਣ ਕਰੂ ਦਸ਼ਮੇਸ਼ ਰੀਸਾਂ ਤੇਰੀਆਂ। ਕਲਗੀ ਵਾਲਿਆ ਕੌਮ ਦੇ ਸ਼ਹਿਨਸ਼ਾਹ, ਕਲਗੀ ਵਾਲਿਆ ਕੌਮ ਦੇ ਸ਼ਹਿਨਸ਼ਾਹ। ਮਿਲਦੀ ਜੱਗ ਵਿੱਚ ਤੇਰੀ ਮਸਾਲ ਕੋਈ ਨਾ, ਪੰਥ ਸਾਜਿਆ ਖੰਡੇ ਦੀ ਧਾਰ ਵਿੱਚੋਂ। ਇਹੋ ਜਿਹਾ ਵੀ ਡਿਠਾ ਕਮਾਲ ਕੋਈ ਨਾ, ਆਪੇ ਗੁਰੂ ਤੇ ਆਪੇ ਹੀ ਬਣੇ ਚੇਲਾ। ਤੇਰੇ ਜਿਹਾ ਵੀ ਦੀਨ ਦਇਆਲ ਕੋਈ ਨਾ, ਸਭ ਕੁਝ ਵਾਰ ਕੇ ਖਿੜ ਖਿੜ ਹੱਸਦਾ ਰਹੇ। ਐਸਾ ਮਾਂ ਨੇ ਜੰਮਿਆ ਲਾਲ ਕੋਈ ਨਾ, ਐਸਾ ਮਾਂ ਨੇ ਜੰਮਿਆ ਲਾਲ ਕੋਈ ਨਾ। ਪੀਰਨ ਕੇ ਪੀਰ ਥੇ वो पीरन के पीर थे वो, शाहाना फकीर ऐसा आया को नजर में। एक एक हाथ से उड़ाए सिर लाखन के, सदियों का काम कर दिया पल भर में। एकता का झंडा झूला, प्रेम का बगीचा फूला, शहर शहर व नगर नगर में। कहे लाजवंती को ऐसा ना नजर आया, तेग एक हाथ व कलम एक कर में। तेग एक हाथ व कलम एक कर में। ਅੱਖਾਂ ਸਾਹਮਣੇ ਵੇਖਿਆ ਨੀ ਪੁੱਤ ਕੋਈ ਵਾਰਦਾ, ਪੁੱਤ ਕੁਰਬਾਨ ਕਰ ਸ਼ੁਕਰ ਗੁਜ਼ਾਰ ਦਾ।
ਸੀਸ ਆਪਣਾ ਦਾਤਾ ਮੋੜੀਆਂ ਅਮਾਨਤਾਂ ਮੈਂ ਤੇਰੀਆਂ ਕੌਣ ਆਖਦਾ ਝੁਕਾ ਕੇ ਸੀਸ ਆਪਣਾ ਦਾਤਾ ਮੋੜੀਆਂ ਅਮਾਨਤਾਂ ਮੈਂ ਤੇਰੀਆਂ ਭਾਵੇਂ ਸੈਂਕੜੇ ਤਪਾਈ ਬੈਠੇ ਧੂਣੀਆਂ ਕੌਣ ਕਰੂ ਦਸ਼ਮੇਸ਼ ਰੀਸਾਂ ਤੇਰੀਆਂ ਭਾਵੇਂ ਸੈਂਕੜੇ ਤਪਾਈ ਬੈਠੇ ਧੂਣੀਆਂ ਕੌਣ ਕਰੂ ਦਸ਼ਮੇਸ਼ ਰੀਸਾਂ ਤੇਰੀਆਂ ਹੱਸਿਆ ਨੂਰੇ ਮਾਈ ਛੋਟਿਆਂ ਦਾ ਹਾਲ ਜਦੋਂ ਦੱਸਿਆ ਜ਼ਿਗਰਾ ਧਨ ਦਾ ਤਾਂ ਖੇੜ ਖੇੜ ਹੱਸਿਆ ਬੁੱਢਾ ਕਾਹੀ ਵਾਲਾ ਤੀਰ ਨਾਲ ਪੁੱਟ ਕੇ ਜੜਾ ਜ਼ੁਲਮੀ ਸਿੱਧੇ ਚੋਂ ਖੇੜੀਆਂ ਬੁੱਢਾ ਕਾਹੀ ਵਾਲਾ ਤੀਰ ਨਾਲ ਪੁੱਟ ਕੇ ਜੜਾ ਜ਼ੁਲਮੀ ਸਿੱਧੇ ਚੋਂ ਖੇੜੀਆਂ ਭਾਵੇਂ ਸੈਂਕੜੇ ਤਪਾਈ ਬੈਠੇ ਧੂਣੀਆਂ ਕੌਣ ਕਰੂ ਦਸ਼ਮੇਸ਼ ਰੀਸਾਂ ਤੇਰੀਆਂ ਭਾਵੇਂ ਸੈਂਕੜੇ ਤਪਾਈ ਬੈਠੇ ਧੂਣੀਆਂ ਕੌਣ ਕਰੂ ਦਸ਼ਮੇਸ਼ ਰੀਸਾਂ ਤੇਰੀਆਂ ਮਾਛੀਵਾੜੇ ਜੰਗਲਾਂ 'ਚ ਸ਼ੁਕਰ ਗੁਜ਼ਾਰਿਆ ਸਾਰਾ ਪਰਿਵਾਰ ਹੱਸਦੇ ਸੀ ਉਤਵਾਰਿਆ ਮਾਛੀਵਾੜੇ ਜੰਗਲਾਂ 'ਚ ਸ਼ੁਕਰ ਗੁਜ਼ਾਰਿਆ ਤੇਰਾ ਜੱਸ ਗਾ ਕੇ ਮੌਜੀ ਸ਼ਾਂਤ ਤੋਹਿਆ ਤਾਈਓ ਪਾ ਲਈਆਂ ਮੰਜ਼ਿਲਾਂ ਉਚੇਰੀਆਂ ਤੇਰਾ ਜੱਸ ਗਾ ਕੇ ਮੌਜੀ ਸ਼ਾਂਤ ਤੋਹਿਆ ਤਾਈਓ ਪਾ ਲਈਆਂ ਮੰਜ਼ਿਲਾਂ ਉਚੇਰੀਆਂ ਭਾਵੇਂ ਸੈਂਕੜੇ ਤਪਾਈ ਬੈਠੇ ਧੂਣੀਆਂ ਕੌਣ ਕਰੂ ਦਸ਼ਮੇਸ਼ ਰੀਸਾਂ ਤੇਰੀਆਂ ਭਾਵੇਂ ਸੈਂਕੜੇ ਤਪਾਈ ਬੈਠੇ ਧੂਣੀਆਂ ਕੌਣ ਕਰੂ ਦਸ਼ਮੇਸ਼ ਰੀਸਾਂ ਤੇਰੀਆਂ ਕੌਣ ਕਰੂ ਦਸ਼ਮੇਸ਼ ਰੀਸਾਂ ਤੇਰੀਆਂ ਕੌਣ ਕਰੂ ਦਸ਼ਮੇਸ਼ ਰੀਸਾਂ ਤੇਰੀਆਂ ਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਵਿੱਚ ਸੱਜ ਬੈਠੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜਨਮ ਤੋਂ ਲੈ ਕੇ ਮੌਤ ਤੱਕ ਦੇ ਪੀਰੀਅਡ ਦਾ ਨਾਮ ਹੈ ਜ਼ਿੰਦਗੀ ਬੰਦੇ ਦਾ ਜਨਮ ਹੁੰਦਾ ਹੈ ਅਰਥੀ ਉੱਠਦੀ ਹੈ ਇਹਦਾ ਵਿਚਲਾ ਜਿਹੜਾ ਸਮਾਂ ਉਹਨੂੰ ਜੀਵਨ ਕਿਹਾ ਜਾਂਦਾ ਹੈ ਜ਼ਿੰਦਗੀ ਕਿਹਾ ਜਾਂਦਾ ਹੈ ਜ਼ਿੰਦਗੀ ਵਿੱਚ ਵਿਰਲੇ ਮਨੁੱਖ ਨੇ ਜਿਹੜੇ ਜੀਵਨ ਦਾ ਲਾਹਾ ਲੈਂਦੇ ਨੇ ਵਰਨਾ ਬਹੁਤੇ ਲੋਕਾਂ ਦਾ ਜੀਵਨ ਅਜਾਈਂ ਚਲੇ ਜਾਂਦਾ ਹੈ ਮਹਾਰਾਜ ਕਹਿੰਦੇ ਐਸੀ ਦਸ਼ਾ ਬਣ ਜਾਂਦੀ ਹੈ ਰਤਨ ਜਵੇਹਰ ਬਣਜਣ ਆਇਓ ਕਾਲਰ ਲਾਦ ਚਲਾਇਓ ਹੀਰਿਆਂ ਦਾ ਵਪਾਰੀ ਕਲਰ ਦੀ ਪੰਡ ਬਣ ਕੇ ਬਦੀਆਂ ਦੀ ਪੰਡ ਬਣ ਕੇ ਸਮਾਜ ਤੋਂ ਚਲੇ ਜਾਂਦਾ ਹੈ ਦਸਹਿਰੇ ਤੋਂ ਬਾਅਦ ਵਰੀਨਾ ਤੇ ਵਰੀਨੇ ਤੋਂ ਬਾਅਦ ਖਤਮ ਉਸ ਤੋਂ ਬਾਅਦ ਬੰਦੇ ਦੀ ਯਾਦਦਾਸ਼ਤ ਵਿਚਾਰ ਦਿੱਤੀ ਜਾਂਦੀ ਹੈ ਪਰਿਵਾਰ ਵਾਲੇ ਜਿਹੜੇ ਟੱਬਰ ਲਈ ਸਾਰੀ ਜ਼ਿੰਦਗੀ ਬੰਦਾ ਖੱਪ ਮਰਦਾ ਹੈ ਪਰਿਵਾਰ ਵਾਲੇ ਵਰੀਨੇ ਤੋਂ ਬਾਅਦ ਉਹਦੀ ਯਾਦ ਵਿਸਾਰ ਦਿੰਦੇ ਨੇ ਜੇ ਕਿਸੇ ਨੂੰ ਯਾਦ ਤੇ ਕੋਈ ਦੱਸ ਸਕਦਾ ਹੈ ਪਰ ਜਿਨ੍ਹਾਂ ਨੇ ਧਰਮ ਲਈ ਜਿਨ੍ਹਾਂ ਨੇ ਵਤਨ ਲਈ ਜਿਨ੍ਹਾਂ ਨੇ ਦੇਸ਼ ਲਈ ਜਿਨ੍ਹਾਂ ਨੇ ਆਬਰੂ ਲਈ ਇੱਜ਼ਤ ਲਈ ਆਪਣੀ ਜ਼ਿੰਦਗੀ ਦਾ ਬਲੀਦਾਨ ਦਿੱਤਾ ਹੋਏ ਸਦਾ ਲਈ ਦੁਨੀਆ ਤੇ ਜਿਉਂਦੇ
ਸਦਾ ਲਈ ਦੁਨੀਆ ਤੇ ਜਿਉਣ ਵਾਲਿਆਂ ਵਿੱਚੋਂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਨੰਨ ਸ਼ਰਧਾਲੂ ਸਿੱਖ ਭਾਈ ਜੈਤਾ ਜੀ, ਜੋ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਤੋਂ ਅਮਰ ਦੀ ਦਾਤ ਲੈ ਕੇ ਬਾਬਾ ਜੀਵਨ ਸਿੰਘ ਸਾਹਿਬ ਜੀ ਬਣੇ, ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸਤਿਗੁਰੂ ਦੇ ਪਾਵਨ ਦਰਬਾਰ ਵਿੱਚ ਆਪ ਜੀ ਨੂੰ ਤੇ ਸਾਨੂੰ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ। ਉਹਨਾਂ ਦੇ ਜੀਵਨ ਵਿੱਚੋਂ ਇਤਿਹਾਸ ਦੇ ਪੰਨੇ ਅਰਜ਼ ਕਰਨ ਤੋਂ ਪਹਿਲਾਂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਖਸ਼ਿਸ਼ ਰਾਹੀਂ ਮਨ ਬਿਰਤੀਆਂ ਦੀ ਇਕਾਗਰਤਾ ਵਾਸਤੇ ਆਪ ਜੀ ਤੋਂ ਅਸੀਸ ਮੰਗਨੇ ਆ। ਸਾਰੀ ਸਿੱਖ ਸੰਗਤ ਇੱਕ ਆਵਾਜ਼ ਵਿੱਚ ਕਹੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਬੰਦਾ ਆਪਣੀ ਉਮਰ ਕੱਢ ਕੇ ਬਹੁਤ ਥੋੜਾ ਸੰਸਾਰ ਤੇ ਜਿਉਂਦਾ ਹੈ, ਕਰਮ ਕਰਕੇ ਸਦਾ ਲਈ ਜਿਉਂਦਾ ਹੈ। ਅਸਲ ਵਿੱਚ ਬੰਦੇ ਦੇ ਕਰਮ ਹੀ ਜਿਉਂਦੇ ਨੇ, ਉਮਰ ਬੜੀ ਛੋਟੀ ਹੁੰਦੀ ਹੈ। ਅਜੋਕੇ ਸਮੇਂ ਵਿੱਚ 65-70 ਸਾਲ ਤੋਂ ਬਾਅਦ ਬੰਦੇ ਦਾ ਅੰਤ ਹੋ ਜਾਂਦਾ, ਅਰਥੀ ਉਠਾ ਕੇ ਸ਼ਮਸ਼ਾਨ ਘਾਟ ਵਿੱਚ ਲਿਜਾ ਕੇ ਜਲਾ ਦਿੱਤੀ ਜਾਂਦੀ ਹੈ। ਵਰੀਣਾ ਤੇ ਵਰੀਣੇ ਤੋਂ ਬਾਅਦ ਯਾਦ ਖਤਮ। ਪਰ ਜਿਹਨੇ ਕਰਮ ਕੀਤੇ ਹੋਣ ਚੰਗੇ, ਉਹ ਸਦਾ ਲਈ ਦੁਨੀਆ ਦੇ ਇਤਿਹਾਸ ਵਿੱਚ ਆਪਣਾ ਨਾਮ ਸੋਨੇ ਦੀ ਸਿਆਹੀ ਨਾਲ ਅੰਕਿਤ ਕਰ ਦਿੰਦਾ ਹੈ। ਤੋ ਬਾਬਾ ਜੀਵਨ ਸਿੰਘ ਸਾਹਿਬ ਜੀ ਇੱਕ ਐਸੇ ਮਹਾਨ ਸ਼ਹੀਦ ਨੇ, ਜਿਨ੍ਹਾਂ ਦੇ ਜੀਵਨ ਨੂੰ ਪੜ੍ਹਦਿਆਂ ਪੜ੍ਹਦਿਆਂ ਮਨੁੱਖ ਦੇ ਜ਼ਿਹਨ ਵਿੱਚ ਉਹਨਾਂ ਪ੍ਰਤੀ ਸ਼ਰਧਾ, ਉਹਨਾਂ ਪ੍ਰਤੀ ਅਕੀਦਤ, ਉਹਨਾਂ ਪ੍ਰਤੀ ਬਹੁਤ ਵੱਡਾ ਵਿਸ਼ਵਾਸ ਤੇ ਭਰੋਸਾ ਕਾਇਮ ਹੁੰਦਾ ਹੈ। ਉਹਨਾਂ ਦੀ ਪਾਵਨ ਯਾਦ ਵਿੱਚ ਆਪ ਜੁੜ ਬੈਠੇ ਹੋ। ਉਹਨਾਂ ਦਾ ਇਤਿਹਾਸ ਅਰਜ ਕਰਨ ਵਾਸਤੇ ਪ੍ਰਬੰਧਕ ਵੀਰਾਂ ਨੇ ਹੁਕਮ ਕੀਤਾ ਤੇ ਇਤਿਹਾਸ ਵੀ ਅਨੋਖਾ। ਬਾਬਾ ਜੀ ਦੀ ਕੁਰਬਾਨੀ ਦਾ ਇਤਿਹਾਸ ਤਾਂ ਅਕਸਰ ਆਪ ਜੀ ਸਟੇਜਾਂ ਉੱਤੋਂ ਸੁਣਦੇ ਰਹਿੰਦੇ ਹੋ। ਹੁਕਮ ਹੋਇਆ ਹੈ ਕਿ ਉਹਨਾਂ ਦੇ ਵਿਵਾਹ ਦਾ ਇਤਿਹਾਸ ਅੱਜ ਦੇ ਦੀਵਾਨ ਵਿੱਚ ਸੰਗਤ ਨਾਲ ਸਾਂਝਾ ਕੀਤਾ ਜਾ ਸਕੇ। ਪ੍ਰਬੰਧਕ ਵੀਰਾਂ ਦੀ ਆਗਿਆ ਪਾ ਕੇ ਬਾਬਾ ਜੀ ਦੇ ਵਿਆਹ ਦਾ ਇਤਿਹਾਸ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਪਰ ਉਸ ਤੋਂ ਪਹਿਲਾਂ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਕੁਝ ਗੁਰਸਿੱਖ ਵੀਰਾਂ ਨੇ ਮਾਇਆ ਅਰਦਾਸ ਕਰਾਈ ਹੈ, ਉਹਨਾਂ ਦੇ ਨਾਮ ਅਰਜ ਕਰਕੇ ਆਪਣੇ ਮਜ਼ਮੂਨ ਨੂੰ ਆਰੰਭ ਕਰਾਂਗੇ। ਭੈਣਾਂ ਦੇ ਚਰਨਾਂ ਵਿੱਚ ਇੱਕ ਗੁਜ਼ਾਰਿਸ਼ ਹੈ, ਤੁਹਾਡੇ ਕੋਲ ਬੱਚੇ ਨੇ, ਬੱਚੇ ਬੋਲਦੇ ਨੇ, ਉਹਨਾਂ ਦੀ ਆਵਾਜ਼ ਸਾਡੇ ਤੱਕ ਆਉਂਦੀ ਹੈ ਤੇ ਪਕਾਨੇ ਅੜਾਉਂਦੇ ਬੱਚੇ ਵੀ ਜਦੋਂ ਉਹਦੇ ਨਾਲ ਖੇਡਦੇ ਤੇ ਬੋਲਣਾ ਸੁਭਾਵਿਕ ਹੁੰਦਾ ਹੈ। ਇਹ ਬੱਚਿਆਂ ਦੀ ਗਲਤੀ ਨਹੀਂ, ਇਹ ਮਾਪਿਆਂ ਦੀ ਜ਼ਿੰਮੇਵਾਰੀ ਹੈ ਕਿ ਬੱਚੇ ਨੂੰ ਪਕਾਨਾ ਹੀ ਉਦੋਂ ਲੈ ਕੇ ਦਿੱਤਾ ਜਾਵੇ ਜਦੋਂ ਉਹਨੇ ਘਰ ਨੂੰ ਜਾਣਾ ਹੋਵੇ, ਤਾਂ ਕਿ ਕਿਸੇ ਤਰ੍ਹਾਂ ਦੀ ਆਵਾਜ਼ ਨਾ ਪੈਦਾ ਕਰ ਸਕੇ। ਸਾਡੇ ਧਾਰਮਿਕ ਖੇਤਰ ਵਿੱਚ ਇੱਕ ਐਸਾ ਰਿਵਾਜ ਬਣ ਚੁੱਕਾ ਹੈ, ਅਸੀਂ ਪਕਾਨੇ ਬੱਚਿਆਂ ਨੂੰ ਤਾਂ ਕੀ ਲੈ ਕੇ ਦੇਣੇ ਨੇ, ਅਸੀਂ ਮਹਾਰਾਜ ਦੇ ਅੱਗੇ ਵੀ ਪਕਾਨੇ ਬੰਨਣੇ ਸ਼ੁਰੂ ਕਰ ਦਿੱਤੇ। ਬਹੁਤਿਆਂ ਥਾਵਾਂ ਤੇ ਸਾਨੂੰ ਜਾਣ ਦਾ ਮੌਕਾ ਪ੍ਰਾਪਤ ਹੁੰਦਾ ਹੈ। ਮਹਾਰਾਜ ਦੀ ਹਾਜ਼ਰੀ ਵਿੱਚ ਆ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਲੰਘ ਕੇ ਗਿਆ ਹੈ। ਜਿੱਥੇ ਵੀ ਜਾਂਦੇ ਸਾਂ ਵੱਡੇ ਵੱਡੇ ਪਕਾਨੇ ਫੈਲਾ ਕੇ ਬੱਧੇ ਸਨ, ਪਾਲਕੀ ਸਾਹਿਬ ਨਾਲ ਅੱਗੇ ਰੱਖੇ ਸੀ, ਉੱਤੇ ਵੀ ਟੰਗੇ ਸਨ। ਜਦੋਂ ਪਕਾਨਾ ਫਟਦਾ ਸੀ, ਜ਼ੋਰ ਦੀ ਆਵਾਜ਼ ਆਉਂਦੀ ਸੀ ਗੁਬਾਰੇ ਦੇ ਫਟਣ ਨਾਲ, ਸਰੰਗੀ ਵਾਲਾ ਵੀ ਸੋਚੀ ਪੈ ਜਾਂਦਾ ਸੀ, ਬੁਲਾਰੇ ਦੇ ਵੀ ਖਿਆਲ ਉਖੜ ਜਾਂਦੇ ਸਨ। ਇਸ ਕਰਕੇ ਇਸ ਪਾਸੇ ਵਿਸ਼ੇਸ਼ ਤੌਰ ਤੇ ਧਿਆਨ ਦਿਆ ਕਰੋ। ਗੁਰਮਤਿ ਦੀ ਸੰਥਿਆ ਕਰਦਿਆਂ, ਗੁਰਮਤਿ ਦੀਆਂ ਵਿਚਾਰਾਂ ਕਰਦਿਆਂ ਅਸੀਂ ਪਕਾਨੇ ਤੇ ਆਸ਼ਿਤਬਾਜ਼ੀ ਤੋਂ ਥੋੜ੍ਹਾ ਜਿਹਾ ਸੰਕੋਚ ਰੱਖਿਆ ਕਰੀਏ। ਇਤਿਹਾਸ ਦੀ ਕਦਰ ਵਿੱਚ ਮਾਇਆ ਭੇਜ ਰਹੇ ਨੇ ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਬਾਬਾ ਹਰੀ ਸਿੰਘ ਸਾਹਿਬ ਜੀ। ਸਾਹਿਬ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ, ਉਹਨਾਂ ਨੂੰ ਹੋਰ ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਗ੍ਰੰਥੀ ਸਾਹਿਬਾਨ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ, ਉਹਨਾਂ ਵੱਲੋਂ 50 ਰੁਪਏ ਇਤਿਹਾਸ ਦੇ ਮਾਣ ਵਿੱਚ ਹਾਜ਼ਰ ਹੋਏ। ਗੁਰੂ ਬਾਬਾ ਜੀ ਨਾਮਦਾਨ ਬਖਸ਼ਣ। ਢਾਡੀ ਭਾਈ ਹਰਜਿੰਦਰ ਸਿੰਘ ਜੀ, ਗਿਆਨੀ ਦੇਸਾ ਸਿੰਘ ਦਲੇਰ, ਉਹਨਾਂ ਦੇ ਵੱਡੇ ਬਰਖੁਰਦਾਰ ਬੇਟੇ, ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਹਾਜ਼ਰ ਹੋਇਆ। ਮਹਾਰਾਜ ਕਿਰਪਾ ਕਰਨ, ਉਹਨਾਂ ਨੂੰ ਤਰੱਕੀ ਤੇ ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਹਰਜਿੰਦਰ ਸਿੰਘ ਹੋਰ ਵੀਰ ਜੀ ਮਾਇਆ ਅਰਦਾਸ ਕਰਾ ਰਹੇ ਨੇ, ਬਲਵੰਤ ਸਿੰਘ ਜੀ ਮਾਇਆ ਭੇਜ ਰਹੇ ਨੇ। ਆ ਕਬੀਰ ਜੀ ਅਰਦਾਸਾਂ ਲਿਖ ਕੇ ਦੇ ਕੇ ਗਏ ਨੇ, ਸ਼ਾਇਦ ਉਹਨਾਂ ਦਾ ਨਾਮ ਭਾਨ ਸਿੰਘ ਹੋਵੇ ਤੇ ਮਾਤਾ ਗੁਰਨਾਮ ਕੌਰ ਦੇ ਨਾਮ ਤੇ ਉਹਨਾਂ ਨੇ ਮਾਇਆ ਅਰਦਾਸ ਕਰਵਾਈ ਹੋਵੇ। ਸੱਚੇ ਪਾਤਸ਼ਾਹ ਕਿਰਪਾ ਕਰਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਹੰਸਾ ਸਿੰਘ ਜੀ ਮਾਇਆ ਭੇਜ ਰਹੇ ਨੇ, ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਬਲਵਿੰਦਰ ਸਿੰਘ ਜੀ ਮਾਇਆ ਭੇਜ ਰਹੇ ਨੇ। ਗਿਆਨੀ ਦੇਸਾ ਸਿੰਘ ਜੀ ਦਲੇਰ, ਉਹਨਾਂ ਨੇ ਸੀਸਾਂ ਭੇਜੀਆਂ। ਵਾਹਿਗੁਰੂ ਕੌਮ ਦੀ ਸੇਵਾ ਕਰਨ ਦਾ ਹੋਰ ਬਲ ਪ੍ਰਦਾਨ ਕਰਨ। ਮਿਸਤਰੀ ਲੱਖਾ ਸਿੰਘ ਜੀ, ਉਹਨਾਂ ਵੱਲੋਂ 100 ਰੁਪਇਆ ਹਾਜ਼ਰ ਹੋਇਆ। ਹਰਬੰਸ ਸਿੰਘ ਸਾਹਿਬ ਜੀ 100 ਰੁਪਇਆ ਭੇਜ ਕੇ ਗਏ ਨੇ। ਗਿਆਨੀ ਦਿਲਬਾਗ ਸਿੰਘ ਜੀ, ਜਿਨ੍ਹਾਂ ਨੇ ਸਾਡੇ ਤੋਂ ਪਹਿਲਾਂ ਗੁਰਮਤਿ ਦੀਆਂ ਵਿਚਾਰਾਂ ਆਪ ਜੀ ਨਾਲ ਸਾਂਝੀਆਂ ਕੀਤੀਆਂ, ਉਹਨਾਂ ਵੱਲੋਂ ਬਹੁਤ ਸਾਰੀ ਮਾਇਆ ਹਾਜ਼ਰ ਹੋਈ। ਸੁਰਗਵਾਸੀ ਪਰਮਜੀਤ ਕੌਰ ਦੇ ਨਾਂ ਤੇ ਉਹਨਾਂ ਦੇ ਪੂਜਾ ਪਿਤਾ ਜੀ ਮਾਇਆ ਅਰਦਾਸ ਕਰਾ ਰਹੇ ਨੇ, ਬੱਚੀ ਨੂੰ ਯਾਦ ਕਰਦਿਆਂ। ਵਾਹਿਗੁਰੂ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਅਨੂਪ ਸਿੰਘ ਜੀ ਮਾਇਆ ਭੇਜ ਰਹੇ ਨੇ। ਹਰਜਿੰਦਰ ਸਿੰਘ ਜੀ ਮਾਇਆ ਭੇਜ ਰਹੇ ਨੇ। ਸੱਚੇ ਪਾਤਸ਼ਾਹ ਸਾਰਿਆਂ ਤੇ ਕਿਰਪਾ ਕਰਨ। ਜਿਨ੍ਹਾਂ ਦੇ ਅਰਦਾਸੇ ਰਹਿ ਗਏ, ਵਾਹਿਗੁਰੂ ਦੇ ਚਰਨਾਂ ਵਿੱਚ ਬਿਨੇ ਹੈ ਕਿ ਸੱਚੇ ਪਾਤਸ਼ਾਹ ਉਹਨਾਂ ਤੇ ਵੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਪ੍ਰਧਾਨ ਜਰਨੈਲ ਸਿੰਘ ਜੀ, ਉਹਨਾਂ ਵੱਲੋਂ 100 ਰੁਪਏ ਹਾਜ਼ਰ ਹੈ। ਮਿਸਤਰੀ ਹਰਮੀਤ ਸਿੰਘ ਜੀ 50 ਰੁਪਏ ਇਤਿਹਾਸ ਦੇ ਮਾਣ ਵਿੱਚ ਭੇਜ ਰਹੇ ਨੇ।
ਗੁਰੂ ਬਾਬਾ ਜੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਮਿਸਤਰੀ ਅੰਗਰੇਜ਼ ਸਿੰਘ ਜੀ, ਉਹਨਾਂ ਵੱਲੋਂ ਵੀ ਬਹੁਤ ਸਾਰਾ ਪਿਆਰ ਹਾਜ਼ਰ ਹੋਇਆ। ਗਰੀਬ ਨਵਾਜ ਕਲਗੀ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਮਦਾਨ ਤੇ ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਬਾਬਾ ਜੈਤਾ ਜੀ ਦਾ ਜੀਵਨ ਕੁਰਬਾਨੀਆਂ ਭਰਿਆ ਜੀਵਨ। ਬਾਬਾ ਜੀ ਦਾ ਜੀਵਨ ਪੜ੍ਹਦਿਆਂ ਕਈ ਵਾਰੀ ਵਿਚਾਰੀਦਾ ਹੈ ਕਿ ਜਿੰਨੀ ਕੁਰਬਾਨੀ ਇਸ ਦੇਸ਼ ਲਈ ਮਹਾਰਾਜ ਦੀ ਆਗਿਆ ਵਿੱਚ ਰਹਿ ਕੇ ਬਾਬਾ ਜੀਵਨ ਸਿੰਘ ਸਾਹਿਬ ਜੀ ਨੇ ਕੀਤੀ, ਗੁਰੂ ਕੇ ਗੁਰਸਿੱਖਾਂ ਵਿੱਚੋਂ ਬਾਬਾ ਜੀ ਦੀ ਕੁਰਬਾਨੀ ਦਿਮਾਗ ਦੇ ਪੈਮਾਨੇ ਨਾਲ ਨਾਪੀ ਨਹੀਂ ਜਾ ਸਕਦੀ। ਕਿੱਥੇ ਦਿੱਲੀ ਦਾ ਚਾਂਦਨੀ ਚੌਕ, ਮੁਗਲ ਹਕੂਮਤ ਦਾ ਡਰ, ਸੱਚੇ ਪਾਤਸ਼ਾਹ ਦਾ ਪਾਵਨ ਸੀਸ ਉਠਾਇਆ, ਰੁਮਾਲ ਵਿੱਚ ਲਪੇਟ ਕੇ ਸੱਚੇ ਪਾਤਸ਼ਾਹ ਦੇ ਪਾਵਨ ਸੀਸ ਨੂੰ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਲਿਆਉਣਾ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਅਸੀਂ ਆਪਣੀ ਗੱਡੀ ਤੇ ਜਾਂ ਟ੍ਰੇਨ ਰਾਹੀਂ ਦਿੱਲੀ ਦਾ ਸਫ਼ਰ ਕਰਨਾ ਹੋਵੇ, ਅਸੀਂ ਥੱਕ ਜਾਂਦੇ ਹਾਂ ਐਡਾ ਵੱਡਾ ਸਫ਼ਰ ਕਰਦੇ। ਕਈ ਵਾਰੀ ਵਿਚਾਰੀਦਾ ਹੈ ਭਈ ਇੰਨਾ ਲੰਬਾ ਸਫ਼ਰ, ਐਡਾ ਵੱਡਾ ਸਫ਼ਰ ਕਰਦੇ ਹਾਂ, ਸਾਨੂੰ ਰਾਹ ਵਿੱਚ ਚਾਹ ਪਾਣੀ ਪੀਣ ਲਈ ਮਿਲਦਾ ਹੈ, ਕਨਵੈਂਸ ਸਾਡੀ ਆਪਣੀ ਹੁੰਦੀ ਹੈ, ਕਿਸੇ ਢਾਬੇ ਤੇ ਕਿਸੇ ਹੋਟਲ ਤੇ ਬਹਿ ਕੇ ਜਲ ਪਾਣੀ ਛਕਦੇ ਹਾਂ, ਤੇ ਫਿਰ ਵੀ ਅਸੀਂ ਥਕਾਵਟ ਮਹਿਸੂਸ ਕਰਦੇ। ਰਾਜ ਸਾਡਾ ਆਪਣਾ ਹੈ, ਭਾਰਤ ਦੇਸ਼ ਹੈ, ਆਜ਼ਾਦ ਦੇਸ਼ ਵਿੱਚ ਅਸੀਂ ਬੈਠੇ ਹਾਂ, ਤੇ ਅਸੀਂ ਆਪਣੀ ਕਨਵੈਂਸ ਤੇ ਜਾਂਦੇ ਹਾਂ ਦਿੱਲੀ ਵੱਲੇ, ਕਈ ਵਾਰੀ ਰਾਹ 'ਚ ਹੋਟਲਾਂ ਤੋਂ ਜਲ ਪਾਣੀ ਛਕਦੇ ਹਾਂ ਤੇ ਫਿਰ ਵੀ ਆਖਦੇ ਵੀ ਥੱਕ ਗਏ। ਕੋਈ ਐਸਾ ਬੰਦਾ ਨਹੀਂ ਜਿਹਨੇ ਇਹ ਨਾ ਆਖਿਆ ਹੋਵੇ ਵੀ ਥੱਕ ਗਏ। ਮੁਗਲਾਂ ਦਾ ਰਾਜ ਹੈ, ਉਹ ਬਾਦਸ਼ਾਹ ਤਖਤ ਤੇ ਬੈਠਾ ਹੈ ਜਿਹਨੂੰ ਹਲਕਾਇਆ ਬਾਦਸ਼ਾਹ ਕਿਹਾ ਜਾ ਸਕਦਾ ਹੈ। ਜ਼ਾਲਮ ਤਾਂ ਗੈਰਾਂ ਤੇ ਜ਼ੁਲਮ ਢਾਉਂਦਾ, ਉਹ ਤੇ ਹਲਕਿਆ ਬਾਦਸ਼ਾਹ ਸੀ, ਉਹਨੇ ਤੇ ਆਪਣੇ ਦਾ ਇਲਾਜ ਵੀ ਨਹੀਂ ਕੀਤਾ। ਉਸ ਬਾਦਸ਼ਾਹ ਔਰੰਗਜ਼ੇਬ ਦਾ ਰਾਜ ਹੋਵੇ, ਉਹਦੇ ਰਾਜ ਵਿੱਚ ਦੁਸ਼ਮਣ ਦੀਆਂ ਨਜ਼ਰਾਂ ਤੋਂ ਬਚ ਕੇ ਦਿੱਲੀ ਤੇ ਅਨੰਦਪੁਰ ਸਾਹਿਬ ਦਾ ਇਹ ਲੰਬਾ ਪੈਂਡਾ ਤੈਅ ਕਰਕੇ ਨੌਵੇਂ ਪਾਤਸ਼ਾਹ ਦਾ ਪਵਿੱਤਰ ਸੀਸ ਸੁੰਦਰ ਮਾਲ ਵਿੱਚ ਲਪੇਟ ਕੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਲਿਆ ਕੇ ਹਜ਼ੂਰ ਦੇ ਸਾਹਿਬਜ਼ਾਦੇ ਗੋਬਿੰਦ ਰਾਏ ਦੇ ਕਰ ਕਮਲਾਂ ਵਿੱਚ ਦੇਣਾ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਬਾਬਾ ਜੈਤਾ ਜੀ ਦੇ ਹਿੱਸੇ ਵਿੱਚ ਆਇਆ, ਵਰਨਾ ਸ਼ਾਇਦ ਐਸੀ ਕੁਰਬਾਨੀ ਕੋਈ ਹੋਰ ਨਾ ਕਰ ਸਕਦਾ। ਤੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਬਾਬਾ ਜੈਤਾ ਜੀ ਦੀ ਇਸ ਕੁਰਬਾਨੀ ਨੂੰ ਵੇਖਦਿਆਂ ਆਪਣੀ ਛਾਤੀ ਨਾਲ ਲਾਇਆ, ਤੇ ਆਪਣੀ ਛਾਤੀ ਨਾਲ ਲਾ ਕੇ ਮਹਾਰਾਜ ਨੇ ਕਿਹਾ ਸੀ, ਰੰਗਰੇਟਾ ਗੁਰੂ ਕਾ ਬੇਟਾ। ਗੁਰੂ ਕੇ ਬੇਟੇ ਹੋਣ ਦਾ ਮਾਣ ਕੇਵਲ ਬਾਬਾ ਜੈਤਾ ਜੀ ਨੇ ਪਾਇਆ, ਵਰਨਾ ਗੁਰੂ ਕੇ ਪੁੱਤਰ ਹੋਣ ਦਾ ਮਾਣ ਅਜੇ ਤੱਕ ਕਿਸੇ ਹੋਰ ਨਹੀਂ ਪਾਇਆ। ਸੱਚੇ ਪਾਤਸ਼ਾਹ ਦੇ ਅਨੰਨ ਸਿੱਖ ਹਰ ਕੁਰਬਾਨੀ ਨੂੰ, ਹਰ ਮਹਾਜ ਉੱਤੇ ਅੱਗੇ ਹੋ ਕੇ ਬਾਖੂਬੀ ਨਿਭਾਉਣ ਵਾਲੇ ਬਾਬਾ ਜੈਤਾ ਜੀ, ਉਹਨਾਂ ਦੇ ਵਿਆਹ ਦੇ ਇਤਿਹਾਸ ਬਾਰੇ ਕੁਝ ਪੰਨੇ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, 1687 ਈਸਵੀ ਨੂੰ ਭਗਾਣੀ ਦਾ ਜੰਗ ਲੜਿਆ ਗਿਆ, ਜਿੱਥੇ ਆਪ ਸਤਿਗੁਰੂ ਦੇ ਪਾਵਨ ਦਰਬਾਰ ਵੀ ਜੁੜ ਬੈਠੇ ਹੋ। ਇਸ ਇਲਾਕੇ ਦਾ ਮਾਣ ਪ੍ਰੋਫੈਸਰ ਵਿਰਸਾ ਸਿੰਘ ਜੀ ਵਲਟੋਹਾ ਸਾਹਿਬ, ਉਹ ਸਤਿਗੁਰੂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਲਈ, ਆਪਣੇ ਜ਼ਿੰਮੇਵਾਰੀ, ਆਪਣੇ ਫਰਜ਼ਾਂ ਦੀ ਅਦਾਇਗੀ ਕਰਨ ਲਈ ਸਤਿਗੁਰੂ ਦੇ ਪਾਵਨ ਦਰਬਾਰ ਵਿੱਚ ਪਹੁੰਚੇ। ਇਤਿਹਾਸ ਦੀ ਕਦਰ ਵਿੱਚ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਭੇਜਿਆ ਗਿਆ। ਚੜ੍ਹਦੀ ਕਲਾ ਵਾਸਤੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ। ਸਰਪੰਚ ਸਾਹਿਬ ਜਰਮਲ ਸਿੰਘ ਜੀ, ਠੇਕੇਦਾਰ ਸਾਹਿਬ, ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਹਾਜ਼ਰ ਹੋਇਆ। ਵਾਹਿਗੁਰੂ ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਪ੍ਰਧਾਨ ਰਾਜ ਸਿੰਘ ਜੀ ਮਾਇਆ ਅਰਦਾਸ ਕਰਾ ਰਹੇ ਨੇ, ਸੱਚੇ ਪਾਤਸ਼ਾਹ ਕਿਰਪਾ ਕਰਨ। ਸਵਰਨ ਸਿੰਘ ਜੀ ਹੁਣਾਂ ਵੱਲੋਂ ਬਹੁਤ ਸਾਰੀ ਮਾਇਆ ਹਾਜ਼ਰ ਹੋਈ। ਹੋਰ ਵੀ ਨਾਲ ਆਏ ਵੀਰਾਂ ਵੱਲੋਂ ਬਹੁਤ ਸਾਰਾ ਪਿਆਰ ਭੇਜਿਆ। ਗਰੀਬਨਾਥ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਰਿਆਂ ਤੇ ਕਿਰਪਾ ਕਰਨ। ਜੁਗਰਾਜ ਸਿੰਘ ਜੀ ਹੁਣਾਂ ਵੱਲੋਂ ਇਮਾਨ ਹਾਜ਼ਰ ਹੋਇਆ। ਸਾਹਿਬ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ। ਤੋ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਭੰਗਾਣੀ ਦੇ ਜੰਗ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਪ੍ਰੋਫੈਸਰ ਸਾਹਿਬ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰੂਪਾ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹ ਬੜੀ ਵੱਡੀ ਬਖਸ਼ਿਸ਼ ਹੈ। ਸਾਹਿਬ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਇਸ ਦਾ ਆਗਾਜ਼ ਕੀਤਾ ਸੀ। ਸਨਮਾਨਯੋਗ ਹਸਤੀ ਦਾ ਸਤਿਕਾਰ ਕਰਨਾ ਪ੍ਰਬੰਧਕ ਵੀਰਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਪ੍ਰੋਫੈਸਰ ਸਾਹਿਬ ਨੂੰ ਗੁਰੂ ਘਰ ਦੀ ਬਖਸ਼ਿਸ਼ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ। ਭਾਈ ਰਾਜਵੀਰ ਸਿੰਘ ਜੀ ਪ੍ਰਧਾਨ ਜੀ ਬਖਸ਼ਿਸ਼ ਗਿਆਨੀ ਜੀ ਦੇ ਗਲ ਵਿੱਚ ਪਾ ਰਹੇ। ਤੋ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਜਿਹੜਾ ਤੁਸੀਂ ਮਜ਼ਮੂਨ ਸਾਨੂੰ ਗਾਉਣ ਵਾਸਤੇ ਕਿਹਾ ਹੈ, ਇਹ ਲਿਖਿਆ ਲਿਖਾਇਆ ਤੇ ਮਿਲਿਆ ਨਹੀਂ। ਇਹ ਸਾਨੂੰ ਲੱਭਣਾ ਵੀ ਪਿਆ ਤੇ ਲਿਖਣਾ ਵੀ ਪਿਆ। ਸਵਿੰਦਰ ਸਿੰਘ ਕਹਿ ਰਿਹਾ ਸੀ ਵੀ ਮੈਂ ਪੁੱਛਿਆ ਪ੍ਰਬੰਧਕ ਵੀਰਾਂ ਨੂੰ ਵੀ ਕਿਹੜਾ ਇਤਿਹਾਸ ਸੁਣਨਾ ਹੈ। ਸਾਡਾ ਸੁਭਾਅ ਹੈ ਕਈ ਵਾਰੀ ਸੰਗਤ ਦੀ ਆਪਣੀ ਇੱਛਾ ਹੁੰਦੀ ਹੈ ਤੇ ਇੱਛਾ ਦੀ ਉਲੰਘਣਾ ਕਰਨੀ
ਅਸੀਂ ਨਹੀਂ ਸਮਝਦੇ ਪਿਓ ਦੀ ਉਲੰਘਣਾ ਕੀਤੀ ਜਾ ਸਕੇ। ਤੋ ਪ੍ਰਬੰਧਕ ਵੀਰਾਂ ਨੇ ਨਿਵੇਕਲਾ ਜਿਹਾ ਇਤਿਹਾਸ ਕਹਿ ਦਿੱਤਾ। ਪਹਿਲਾਂ ਤੇ ਉਸ ਇਤਿਹਾਸ ਦੀ ਭਾਲ ਕਰਨ ਵਾਸਤੇ ਕਾਫੀ ਪੁਸਤਕਾਂ ਦੀ ਪੜਚੋਲ ਕਰਨੀ ਪਈ, ਫਿਰ ਉਹਨਾਂ ਨੂੰ ਵਾਰਾਂ ਦਾ ਰੂਪ ਦੇਣਾ ਪਿਆ ਤੇ ਵਾਰਾਂ ਦਾ ਰੂਪ ਦੇ ਕੇ ਯਾਦ ਵੀ ਕਰਨਾ ਪੈਂਦਾ ਹੈ ਤੇ ਯਾਦ ਕਰਕੇ ਤਾਲਮੇਲ ਬਣਾ ਕੇ ਗਾਉਣਾ ਵੀ ਪੈਂਦਾ। ਤੋ ਕਿਰਪਾ ਕਰਕੇ ਆਪ ਆਪਣੇ ਮਨ ਦੀ ਇਕਾਗਰਤਾ ਬਣਾ ਕੇ ਰੱਖਿਓ। ਕਾਫੀ ਪੁਸਤਕਾਂ ਦਾ ਸਰਵੇਖਣ ਕਰਨ ਤੋਂ ਬਾਅਦ ਬਾਬਾ ਜੀ ਦੇ ਇਤਿਹਾਸ ਬਾਰੇ ਤੁਹਾਡੀ ਸੇਵਾ ਵਿੱਚ ਇਤਿਹਾਸ ਗਾਉਣ ਵਾਸਤੇ ਸਾਨੂੰ ਇਤਿਹਾਸ ਮਿਲਿਆ, ਜਿਹਦੇ ਪੰਨੇ ਤੁਹਾਡੇ ਨਾਲ ਸਾਂਝੇ ਕੀਤੇ ਜਾ ਰਹੇ। ਤਾਂ ਮੈਂ ਜ਼ਿਕਰ ਕਰ ਰਿਹਾ ਸਾਂ 1687 ਈਸਵੀ ਨੂੰ ਭਗਾਣੀ ਦੀ ਜੰਗ ਲੜੀ ਗਈ। ਉਸ ਜੰਗ ਵਿੱਚ ਬਾਬਾ ਜੈਤਾ ਜੀ ਨੇ ਵੱਧ ਕੇ ਤੇਗਾਂ ਮਾਰੀਆਂ। ਸਾਹਿਬ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਜਿਨ੍ਹਾਂ ਨੇ ਜੰਗ ਵਿੱਚ ਹਿੱਸਾ ਪਾਇਆ ਸੀ, ਮਹਾਰਾਜ ਨੇ ਉਹਨਾਂ ਨੂੰ ਸਰੋਪੇ ਦੇ ਕੇ ਬੜਾ ਵੱਡਾ ਮਾਣ ਦਿੱਤਾ। ਭਗਾਣੀ ਦੀ ਜੰਗ ਮੇਰੇ ਹਜ਼ੂਰ ਦੀ ਪਹਿਲੀ ਜੰਗ ਸੀ। ਸੱਚੇ ਪਾਤਸ਼ਾਹ ਦੇ ਸਿਰਲੱਥ ਸੂਰਮਿਆਂ ਨੇ ਵਕਤ ਦੀ ਹਕੂਮਤ ਤੇ ਪਹਾੜੀ ਰਾਜਿਆਂ ਨੂੰ ਗਿਆਨ ਕਰਵਾ ਦਿੱਤਾ, ਜਿਹੜੇ ਸਾਡੇ ਅਧੀਨ ਮੈਦਾਨੇ ਜੰਗ ਵਿੱਚ ਲੜਨ ਵਾਲੇ ਨੇ ਇਹ ਆਪਣੇ ਗੁਰੂ ਤੋਂ ਆਪਾਂ ਕੁਰਬਾਨ ਕਰਨ ਵਾਲੇ ਨੇ। ਜਿਹੜੇ ਤੁਹਾਡੇ ਅਧੀਨ ਲੜਨ ਵਾਲੇ ਮਾਣੂਏ ਨੇ ਇਹ ਤਨਖਾਹਾਂ ਦੇ ਲੜਨ ਵਾਲੇ ਨੇ। ਇਹਨਾਂ ਦਾ ਪਰਿਵਾਰਾਂ ਨਾਲ ਮੋਹ ਹੈ। ਗੁਰੂ ਦਾ ਸਿੱਖ ਆਪਣੇ ਗੁਰੂ ਦੇ ਉੱਤੋਂ ਆਪਾਂ ਕੁਰਬਾਨ ਕਰਨ ਲਈ ਤਿਆਰ ਰਹਿੰਦਾ। ਤੋ ਭਗਾਣੀ ਦੀ ਜੰਗ ਲੜ ਕੇ ਰਾਜੇ ਭੀਮ ਚੰਦ ਤੇ ਬਾਕੀ ਪਹਾੜੀਆਂ ਨੂੰ ਹਰਾ ਕੇ ਮਹਾਰਾਜ ਜੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਆ ਗਏ। ਸੱਚੇ ਪਾਤਸ਼ਾਹ ਕਾਫੀ ਅਰਸੇ ਤੋਂ ਬਾਅਦ ਆਏ ਸਨ। ਹਰ ਸਿੱਖ ਉੱਤੇ ਉਮੜ ਪਿਆ ਮਹਾਰਾਜ ਦੇ ਦੀਦਾਰ ਕਰਨ ਵਾਸਤੇ। ਸੋਹਣਿਆਂ ਦੇ ਸੁਲਤਾਨ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਦਰਬਾਰ ਸਜਿਆ ਹੋਇਆ। ਮੇਰੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਭਗਾਣੀ ਦੀ ਜੰਗ ਲੜ ਕੇ ਤਾਜ਼ਾ ਆਏ ਸਨ। ਕੋਈ ਐਸਾ ਇਲਾਕਾ ਨਹੀਂ ਸੀ ਜਿੱਥੋਂ ਮਹਾਰਾਜ ਦੇ ਦਰਸ਼ਨ ਕਰਨ ਲਈ ਲੋਕ ਨਹੀਂ ਆਏ। ਸੱਚੇ ਪਾਤਸ਼ਾਹ ਦੇ ਦੀਦਾਰਿਆਂ ਦੀ ਤਲਬ ਰੱਖ ਕੇ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਮਹਾਰਾਜ ਦੀ ਹਾਜ਼ਰੀ ਵਿੱਚ ਬੈਠੀ ਹੈ। ਸੱਚੇ ਪਾਤਸ਼ਾਹ ਦਾ ਪਵਿੱਤਰ ਦਰਬਾਰ ਸਜਿਆ ਹੋਇਆ। ਮਹਾਰਾਜ ਦੇ ਗਲ ਵਿੱਚ ਰੇਸ਼ਮੀ ਪੋਸ਼ਾਕ ਹੈ। ਖੱਬੀ ਟਾਕ ਤੇ ਸ੍ਰੀ ਸਾਹਿਬ ਸੋਭਾ ਪਾ ਰਹੀ ਹੈ। ਮੁਬਾਰਕ ਚਰਨਾਂ ਵਿੱਚ ਮਖਮਲੀ ਜੋੜਾ। ਸੱਚੇ ਪਾਤਸ਼ਾਹ ਦੇ ਮੋਢੇ ਤੇ ਤੀਰਾਂ ਦਾ ਪੱਥਾ। ਹਜੂਰ ਦੇ ਸੀਸ ਤੇ ਸਜੀ ਹੋਈ ਦਸਤਾਰ। ਜਿਗ੍ਹਾ ਤੇ ਲੱਗੀ ਹੋਈ ਕਲਗੀ ਜਿਹਦੇ ਵਿੱਚ ਹੀਰੇ ਦਮਕਾ ਮਾਰ ਰਹੇ ਸਨ। ਉਂਗਲੀ ਤੇ ਬੈਠਾ ਹੋਇਆ ਉਡੂ ਕਰਦਾ ਬਾਜ। ਮਹਾਰਾਜ ਜੀ ਇੰਦਰ ਦੇਵਤੇ ਦੀ ਸਭਾ ਨੂੰ ਮਾਤ ਪਾ ਰਹੇ ਸਨ। ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਦਾ ਉਸ ਵੇਲੇ ਗੋਬਿੰਦ ਰਾਏ ਨਾਮ ਸੀ, ਮਹਾਰਾਜ ਜੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਤਖਤ ਤੇ ਸੁਭਾਏਮਾਨ ਨੇ। ਸ਼ਰਧਾਲੂ ਆ ਕੇ ਅਰਜ਼ਾਂ ਕਰਦੇ ਨੇ, ਸ਼ਰਧਾਲੂ ਆ ਕੇ ਭੇਟਾ ਧਰਦੇ ਨੇ। ਮਹਾਰਾਜ ਅਰਜ਼ਾਂ ਵੀ ਸੁਣਦੇ ਨੇ, ਭੇਟਾ ਵੀ ਸਵੀਕਾਰ ਕਰਦੇ ਨੇ ਤੇ ਆਸੀਸਾਂ ਵੀ ਦਿੰਦੇ ਨੇ। ਸੱਚੇ ਪਾਤਸ਼ਾਹ ਦੇ ਪਵਿੱਤਰ ਦਰਬਾਰ ਵਿੱਚੋਂ ਇੱਕ ਮਾਈ ਉੱਠੀ। ਉਹ ਮਾਈ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਗਲ ਵਿੱਚ ਪੱਲਾ ਪਾ ਕੇ ਖੜੀ ਹੋ ਗਈ। ਉਹ ਮਾਈ ਕੌਣ ਸੀ? ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਉਸ ਮਾਈ ਦੇ ਦੋ ਨਾਮ ਇਤਿਹਾਸ ਦੇ ਪੰਨਿਆਂ ਤੇ ਆਉਂਦੇ ਨੇ। ਇੱਕ ਤਾਂ ਹੈ ਲਾਜਵੰਤੀ। ਲਾਜਵੰਤੀ ਇਸ ਕਰਕੇ ਵੀ ਕਿਹਾ ਜਾਂਦਾ ਕਿ ਉਹ ਸ਼ਰਮਾਕਲ ਸੁਭਾਅ ਦੇ ਸਨ, ਗੁਰਮਤਿ ਨਾਲ ਜੁੜੇ ਹੋਏ ਸਨ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਬਾਣੀ ਵਿੱਚ ਨਿਪੁੰਨ ਸਨ, ਜਾਣੀ ਬਾਣੀ ਨੂੰ ਆਪਣਾ ਆਧਾਰ ਮੰਨਦੇ ਸਨ। ਤੇ ਉਹਨਾਂ ਦਾ ਨਾਮ ਇਤਿਹਾਸ ਦੇ ਪੰਨਿਆਂ ਤੇ ਪ੍ਰੇਮੋ ਜੀ ਵੀ ਆਉਂਦਾ ਹੈ। ਤੇ ਪ੍ਰੇਮੋ ਜੀ ਦਾ ਨਾਮ ਸੁਣ ਕੇ ਆਪ ਜੀ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਉਹ ਕਿਸ ਦੀ ਮਾਤਾ ਹੈ। ਮਾਤਾ ਪ੍ਰੇਮੋ ਜੀ ਸੰਗਤ ਵਿੱਚੋਂ ਉੱਠੇ। ਅਕਸਰ ਮਾਤਾਵਾਂ ਦੀ ਇਹ ਭਾਵਨਾ ਹੁੰਦੀ ਹੈ ਉਹਨਾਂ ਦੇ ਪੁੱਤਰ ਜਵਾਨ ਹੋ ਰਹੇ ਨੇ, ਪੁੱਤਰਾਂ ਦਾ ਵਿਆਹ ਹੋਵੇ। ਮੈਨੂੰ ਯਾਦ ਹੈ ਗੁਰਦਾਸਪੁਰ ਪਿੰਡ ਵਿੱਚ, ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਪਿੰਡ ਹੈ ਘੁਮਾਣ, ਤੇ ਘੁਮਾਣ ਤੋਂ ਬਾਬੇ ਆਏ ਸਨ ਸਾਡੇ ਪਿੰਡ ਪਾਠ ਕਰਨ ਲਈ। ਤੇ ਮੈਂ ਵੀ ਉਦੋਂ ਗ੍ਰੰਥੀ ਬਣਿਆ ਸਾਂ ਨਵਾਂ ਤੇ ਮੈਂ ਡਿਊਟੀ ਲਾਈ। ਤੇ ਉਹ ਬਾਬੇ ਨੇ ਮੇਰੇ ਨਾਲ ਬਹੁਤ ਪਿਆਰ ਕੀਤਾ ਤੇ ਕਹਿਣ ਲੱਗੇ ਭਚੰਗੀਆ ਤੇਰੇ ਘਰ ਵੀ ਜਾਣਾ। ਜਦੋਂ ਘਰ ਆਏ ਨਾ ਤੇ ਬਾਬਾ ਜੀ ਨੂੰ ਪਲੰਘੇ ਤੇ ਬਿਠਾਇਆ ਹੋਇਆ ਸੀ ਤੇ ਮੇਰੀ ਮਾਤਾ ਨੇ ਸਵਾਲ ਹੀ ਇਹ ਰੱਖਿਆ ਵੀ ਬਾਬਾ ਜੀ ਜਾਂ ਤੇ ਭਚੰਗੀ ਦੀ ਚੜ੍ਹਦੀ ਕਲਾ ਲਈ ਇਹਦੇ ਵਿਆਹ ਦੀ ਅਰਦਾਸ ਕਰੋ ਤੇ ਜਾਂ ਇਹਨੂੰ ਕੋਈ ਸਾਕ ਕਰਾਓ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਮਾਵਾਂ ਦੀਆਂ ਇਛਾਵਾਂ ਹੁੰਦੀਆਂ, ਮਾਵਾਂ ਦੀ ਰੀਝ ਹੁੰਦੀ ਆ ਵੀ ਇਹਨਾਂ ਅੱਖਾਂ ਨਾਲ ਆਪਣੇ ਪੁੱਤਰਾਂ ਦਾ ਵਿਆਹ ਵੇਖ ਲਈ। ਮਾਤਾ ਪ੍ਰੇਮੋ ਜੀ ਨੂੰ ਬੜੀ ਵੱਡੀ ਭਾਵਨਾ ਸੀ, ਬੜੀ ਵੱਡੀ ਇੱਛਾ ਸੀ ਵੀ ਮੇਰਾ ਪੁੱਤਰ ਜਵਾਨੀ ਦੀ ਦਲੀਲ ਤੇ ਬਾਬਾ ਜੈਤਾ ਜੀ ਕਦਮ ਰੱਖ ਰਿਹਾ ਹੈ। ਮੈਂ ਆਪਣੇ ਪੁੱਤਰ ਦਾ ਵਿਆਹ ਆਪਣੀ ਅੱਖਾਂ ਨਾਲ ਵੇਖਾਂ ਤੇ ਹੱਥੀਂ ਸਾਰੀਆਂ ਰਸਮਾਂ ਦੀ ਅਦਾਇਗੀ ਕਰਾਂ। ਮਾਤਾ ਪ੍ਰੇਮੋ ਜੀ ਸੰਗਤ ਵਿੱਚ ਉੱਠੇ। ਵਾਰ-ਵਾਰ ਸੰਗਤ ਬੇਨਤੀ ਕਰ ਰਹੀ ਸੀ। ਬੇਨਤੀਆਂ ਕਰਨ ਵਾਲਿਆਂ ਦੀਆਂ ਮਹਾਰਾਜ ਜੀ ਝੋਲੀਆਂ ਭਰ ਰਹੇ ਸਨ। ਪ੍ਰੇਮੋ ਜੀ ਵੀ ਉੱਠੇ, ਗਲ ਵਿੱਚ ਪੱਲਾ ਪਾਇਆ। ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੇ ਸਜੇ ਹੋਏ ਦਰਬਾਰ ਵਿੱਚ ਬਾਬਾ ਜੈਤਾ ਜੀ ਦੇ ਮਾਤਾ ਜੀ ਮੇਰੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਖਲੋ ਕੇ ਇੱਕ ਬੇਨਤੀ ਇਉਂ ਕਰ ਰਹੇ।
ਤੇਰੇ ਦਰ ਤੋਂ ਕਾਕਾਂ ਤੋਂ ਹੰਸ ਹੁੰਦੇ, ਤੇਰਾ ਦਰ ਹੈ ਰੱਬੀ ਭੰਡਾਰਿਆਂ ਦਾ। ਜਿਹੜੀ ਮਿੱਟੀ ਨੂੰ ਵੇਖਿਆ ਅੱਖ ਭਰ ਕੇ, ਰੁਤਬਾ ਪਾ ਲਿਆ ਉਹਨੇ ਸਿਤਾਰਿਆਂ ਦਾ। ਤੇਰੇ ਅੰਮ੍ਰਿਤੀ ਘੁੰਡ ਚੋਂ ਬੂੰਦ ਪੀ ਕੇ, ਸੀਨਾ ਸ਼ਾਂਤ ਹੋ ਜਾਏ ਅੰਗਿਆਰਿਆਂ ਦਾ। ਕੁੰਦਨ ਦੇਹੀ ਤੂੰ ਬਖਸ਼ਦਾ ਕੰਗਲਿਆਂ ਨੂੰ, ਜਾਗੇ ਭਾਗ ਨਸੀਬਾਂ ਦੇ ਮਾਰਿਆਂ ਦਾ। ਜਾਗੇ ਭਾਗ ਨਸੀਬਾਂ ਦੇ ਮਾਰਿਆਂ ਦਾ। ਤੂੰ ਹੀ ਜਗ ਤੇ ਓਟ ਨਿਓਟਿਆਂ ਦੀ, ਤੂੰ ਹੀ ਆਸਾ ਹੈ ਦਿਲਾਂ ਨਿਰਾਸਿਆਂ ਦੀ। ਤੇਰੇ ਦਰ ਤੇ ਆਣ ਕੇ ਟਿਕਿਆ ਹਾਂ, ਆਸ ਛੱਡ ਕੇ ਸਾਰਿਆਂ ਪਾਸਿਆਂ ਦੀ। ਹੋ ਆਸ ਛੱਡ ਕੇ ਸਾਰਿਆਂ ਪਾਸਿਆਂ ਦੀ। ਹੋ ਗਲ ਪੱਲਾ ਪਾ ਮਾਤ ਨੇ ਜੀ ਅਰਜ਼ ਗੁਜ਼ਾਰੀ। ਗਲ ਪੱਲਾ ਪਾ ਮਾਤ ਨੇ ਜੀ ਅਰਜ਼ ਗੁਜ਼ਾਰੀ। ਗਲ ਪੱਲਾ ਪਾ ਮਾਤ ਨੇ ਇੰਜ ਅਰਜ਼ ਗੁਜ਼ਾਰੀ। ਗਲ ਪੱਲਾ ਪਾ ਮਾਤ ਨੇ ਇੰਜ ਅਰਜ਼ ਗੁਜ਼ਾਰੀ। ਹੋ ਤੂੰ ਦਾਤਾ ਜਗਤ ਦਾ ਪ੍ਰਭ ਪਾਲਣਹਾਰੀ। ਤੂੰ ਏ ਦਾਤਾ ਜਗਤ ਦਾ ਪ੍ਰਭ ਪਾਲਣਹਾਰੀ। ਤੂੰ ਹੈ ਦਾਤਾ ਜਗਤ ਦਾ ਪ੍ਰਭ ਪਾਲਣਹਾਰੀ। ਤੂੰ ਏ ਦਾਤਾ ਜਗਤ ਦਾ ਪ੍ਰਭ ਪਾਲਣਹਾਰੀ। ਤੂੰ ਏ ਦਾਤਾ ਜਗਤ ਦਾ ਪ੍ਰਭ ਪਾਲਣਹਾਰੀ। ਹੋ ਤਪੀ ਲੁਕਾਈ ਆਪਨੇ ਆਪਨੇ ਲਾ ਚਰਨੀ ਤਾਰੀ। ਤਪੀ ਲੁਕਾਈ ਆਪਨੇ ਲਾ ਚਰਨੀ ਤਾਰੀ। ਤਪੀ ਲੁਕਾਈ ਆਪਨੇ 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 ਹੋ। ਤਪੀ ਲੁਕਾਈ ਆਪਨੇ ਲਾ ਚਰਨੀ ਤਾਰੀ। ਤਪੀ ਲੁਕਾਈ ਆਪਨੇ ਲਾ ਚਰਨੀ ਤਾਰੀ। ਹੋ ਵਾਂਗ ਸਮੁੰਦਰ ਆਪ ਹੋ ਗੁਰ ਪਰ ਉਪਕਾਰੀ। 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 ਤੁਸੀਂ ਨਿਰਮਲ ਕੀਤੀ ਆਤਮਾ ਆਤਮਾ। ਨਿਰਮਲ ਕੀਤੀ ਆਤਮਾ ਆਈ ਦੁਖਿਆਰੀ। ਨਿਰਮਲ ਕੀਤੀ ਆਤਮਾ ਆਈ ਦੁਖਿਆਰੀ। ਤੁਸੀਂ ਨਿਰਮਲ ਕੀਤੀ ਆਤਮਾ ਆਈ ਦੁਖਿਆਰੀ। ਨਿਰਮਲ ਕੀਤੀ ਆਤਮਾ ਆਈ ਦੁਖਿਆਰੀ। ਤੂੰ ਕੰਗਲੇ ਕਰਦਾ ਬਾਦਸ਼ਾਹ ਛਾ ਕਰੇ ਭਿਖਾਰੀ। ਤੂੰ ਕੰਗਲੇ ਕਰਦਾ ਬਾਦਸ਼ਾਹ ਛਾ ਕਰੇ ਭਿਖਾਰੀ। ਕੰਗਲੇ ਕਰਦਾ ਬਾਦਸ਼ਾਹ ਛਾ ਕਰੇ ਭਿਖਾਰੀ। ਤੂੰ ਕੰਗਲੇ ਕਰਦਾ ਬਾਦਸ਼ਾਹ ਛਾ ਕਰੇ ਭਿਖਾਰੀ। ਕੰਗਲੇ ਕਰਦਾ ਬਾਦਸ਼ਾਹ
ਸੁਭਾਅ ਹੈ, ਜਿਹਦੇ ਕੋਲੋਂ ਕੁਝ ਪ੍ਰਾਪਤ ਕਰਨਾ ਹੋਏ ਉਹਦੀ ਤਾਰੀਫ ਕਰਦਾ ਹੈ, ਉਹਦੀ ਸਿਫਤ ਕਰਦਾ ਹੈ। ਇਹ ਤਾਂ ਬੰਦੇ ਦੀ ਸਿਫਤ ਨਾ ਕਰੀਏ ਤੇ ਬੰਦਾ ਨਹੀਂ ਮੰਨਦਾ। ਤੁਸੀਂ ਜਿਹਦੇ ਕੋਲੋਂ ਕੁਝ ਲੈਣਾ ਹੈ ਉਹਦੀ ਤਾਰੀਫ ਵਿੱਚ ਕੋਈ ਸ਼ਬਦ ਕਹੋ, ਫਿਰ ਉਹ ਖੁਸ਼ੀ ਵਿੱਚ ਆਵੇਗਾ, ਫਿਰ ਤੁਹਾਨੂੰ ਦੇਵੇਗਾ। ਤੇ ਗੁਰੂ ਦੀ, ਅਕਾਲ ਪੁਰਖ ਦੀ ਤਾਰੀਫ ਕਰਨ ਵਾਸਤੇ ਤਾਂ ਮਹਾਰਾਜ ਨੇ ਬਾਣੀ ਵਿੱਚ ਬਹੁਤ ਵੱਡਾ ਜ਼ਿਕਰ ਕੀਤਾ ਹੈ। ਜਿੰਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਵਿੱਚ ਦਰਜ ਨੇ ਉਹ ਸਾਰੇ ਤਾਰੀਫ ਹੀ ਨੇ, ਜਾਣੀ ਮੇਰਾ ਹੀ ਗੁਣ ਗਾਉਂਦੇ ਰਹੋ, ਮੇਰਾ ਨਾਮ ਜਪਦੇ ਰਹੋ। ਤੇ ਜਿਹੜਾ ਬੰਦਾ ਪਰਮੇਸ਼ਰ ਦਾ ਨਾਮ ਨਹੀਂ ਜਪਦਾ, ਗੁਣ ਗਾਇਨ ਨਹੀਂ ਕਰਦਾ, ਪਰਮੇਸ਼ਰ ਦੀਆਂ ਦਾਤਾਂ ਤੋਂ ਵਾਂਝਾ ਰਹਿ ਜਾਂਦਾ। ਤਾਂ ਮੈਂ ਬੇਨਤੀ ਕਰ ਰਿਹਾ ਸਾਂ ਵੀ ਬੰਦੇ ਦੀ ਤਾਰੀਫ ਨਾ ਕੀਤੀ ਜਾਵੇ, ਬੰਦੇ ਦੀ ਸਿਫਤ ਨਾ ਕੀਤੀ ਜਾਵੇ। ਬੰਦਾ ਪ੍ਰਸੰਨ ਨਹੀਂ ਹੁੰਦਾ, ਤੇ ਪ੍ਰਸੰਨ ਨਾ ਹੋਵੇਗਾ ਤੇ ਦੇਵੇਗਾ ਕੁਝ ਨਹੀਂ। ਤੁਸੀਂ ਅਕਸਰ ਵੇਖਿਆ ਹੋਣਾ, ਕਿਸੇ ਦੇ ਘਰ ਲੜਕਾ ਜੰਮਿਆ ਹੋਵੇ, ਬੱਚਾ ਜੰਮਿਆ ਹੋਏ, ਮੰਗਤਾ ਦਰਵਾਜ਼ੇ ਤੇ ਆਇਆ ਹੋਵੇ, ਤੇ ਦਰਵਾਜ਼ੇ ਤੇ ਆਏ ਮੰਗਤੇ ਨੇ ਕਦੇ ਨਹੀਂ ਵੇਖਿਆ ਵੀ ਇਹਨਾਂ ਦੇ ਘਰ ਕੁਝ ਹੈਗਾ ਕਿ ਨਹੀਂ ਹੈਗਾ। ਉਹਨੇ ਤੇ ਤਾਰੀਫ ਕਰਨੀ ਹੈ, ਤੇ ਤਾਰੀਫ ਕਰਦਿਆਂ ਕਰਦਿਆਂ ਰਾਜੇ ਕੰਸ ਦਾ ਰੁਤਬਾ ਦੇ ਦੇਣਾ। ਉਹਨੂੰ ਪਤਾ ਹੈ ਵੀ ਜਿੰਨਾ ਚਿਰ ਇਹਦੀ ਸਿਫਤ ਨਾ ਕੀਤੀ ਉਹਨਾਂ ਚਿਰ ਮਿਲਣਾ ਕੁਝ ਨਹੀਂ। ਤਾਂ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਤਾਰੀਫ ਕਰਨ ਵਾਲਾ, ਸਿਫਤ ਕਰਨ ਵਾਲਾ ਬੰਦਾ ਵੀ ਸਿਫਤ ਕਰਦਿਆਂ ਕਰਦਿਆਂ ਗਹਿਰਾਈ ਦੇ ਸਮੁੰਦਰਾਂ ਵਿੱਚ ਟੋਭੇ ਲਾਉਣੇ ਸ਼ੁਰੂ ਕਰ ਦਿੰਦਾ ਹੈ। ਮਾਤਾ ਪ੍ਰੇਮੋ ਜੀ ਸਾਹਿਬ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਦਰਬਾਰ ਵਿੱਚ ਖੜੇ, ਗਲ ਵਿੱਚ ਪੱਲਾ ਪਾਇਆ, ਅੱਖਾਂ ਵਿੱਚ ਪਿਆਰ ਦੇ ਆਂਸੂ ਨੇ, ਤੇ ਗਲ ਵਿੱਚ ਪੱਲਾ ਪਾ ਕੇ ਆਪਣੀ ਰਸਨਾ ਤੋਂ ਕਹਿ ਰਹੇ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਲਗੀ ਵਾਲੇ ਸਤਿਗੁਰੂ, ਗੁਰੂ ਨਾਨਕ ਦਾ ਘਰ ਸਮੁੰਦਰ ਦੀ ਨਿਆਈ ਨੇ। ਦਾਤਾ, ਛੱਪੜਾਂ ਵਿੱਚੋਂ, ਟੋਭਿਆਂ ਵਿੱਚੋਂ, ਢਾਬਾਂ ਵਿੱਚੋਂ ਪਾਣੀ ਖਤਮ ਹੋ ਸਕਦਾ ਹੈ, ਪਰ ਸਮੁੰਦਰ ਵਿੱਚੋਂ ਪਾਣੀ ਨਹੀਂ ਖਤਮ ਹੋ ਸਕਦਾ। ਇਹ ਗੱਲ ਹੋਰ ਵੀ, ਦਰਿਆ ਦਾ ਕੋਈ ਅਥਾਹ ਲੈ ਸਕਦਾ ਹੈ, ਦਰਿਆ ਦੀ ਡੂੰਘਾਈ ਨਾਪੀ ਜਾ ਸਕਦੀ ਹੈ, ਦਰਿਆਵਾਂ ਦੇ ਪਾਣੀ ਦਾ ਵੇਗ ਨਾਪਿਆ ਜਾ ਸਕਦਾ ਹੈ, ਪਰ ਨਾ ਸਮੁੰਦਰ ਦੀ ਡੂੰਘਾਈ ਨਾਪੀ ਜਾ ਸਕਦੀ ਹੈ, ਨਾ ਸਮੁੰਦਰ ਦਾ ਵੇਗ ਨਾਪਿਆ ਜਾ ਸਕਦਾ। ਕਹਿ ਰਹੀ ਸੀ ਗੁਰੂ ਨਾਨਕ ਦਾ ਘਰ ਸਮੁੰਦਰ ਦੀ ਨਹੀਂ, ਮਾਤਾ ਪ੍ਰੇਮੋ ਜੀ ਸੱਚੇ ਪਾਤਸ਼ਾਹ ਇਸ ਦਰਬਾਰ ਵਿੱਚੋਂ ਮੈਂ ਹਜ਼ਾਤੀ ਵਿੱਚ ਕੋਈ ਗਲ ਵਿੱਚ ਪੱਲਾ ਪਾ ਕੇ ਤਰਲੇ ਲੈਣ ਲਈ ਆਇਆ, ਜਾਚ ਖਾਲੀ ਨਹੀਂ ਮੁੜਿਆ ਵੇਖਿਆ। ਇਸ ਘਰ ਦੀ ਵਡਿਆਈ ਹੈ, ਜਿਹੜਾ ਕੋਈ ਇੱਥੇ ਝੋਲੀ ਫੈਲਾ ਕੇ ਦਾਤਾਂ ਮੰਗਦਾ ਹੈ, ਆਪ ਦਾਤਾਂ ਦੇ ਕੇ ਝੋਲੀ ਭਰ ਕੇ ਆਪਣੇ ਪਵਿੱਤਰ ਦਰਬਾਰ ਵਿੱਚੋਂ ਤੋਰ ਦਿਓ। ਮਾਤਾ ਜੀ ਗੱਲ ਕਰ ਰਹੇ ਸਨ, ਮਾਤਾ ਜੀ ਹਜ਼ੂਰ ਦੀ ਤਾਰੀਫ ਕਰ ਰਹੇ ਸਨ। ਇਹ ਬਖਸ਼ਾਂ ਦਾ ਭੰਡਾਰਾ ਹੈ ਗੁਰੂ ਨਾਨਕ ਦਾ ਘਰ। ਜਿਹਦੀ ਕਿਤੋਂ ਵੀ ਆਸ ਨਾ ਪੂਰੀ ਹੋਵੇ, ਉਹ ਗੁਰੂ ਨਾਨਕ ਦੇ ਘਰ ਵਿੱਚ ਆ ਜਾਵੇ ਤੇ ਉਹਦੀ ਆਸਾਂ ਦੀ ਝੋਲੀ ਭਰ ਜਾਂਦੀ। ਆਤਮਾ ਦਾ ਹਨੇਰਾ ਵੀ ਗੁਰੂ ਦੇ ਘਰ ਵਿੱਚੋਂ ਦੂਰ ਹੁੰਦਾ ਹੈ। ਸੰਸਾਰ ਦਾ ਹਨੇਰਾ ਅਸੀਂ ਰੌਸ਼ਨੀ ਬਾਲ ਕੇ ਖਤਮ ਕਰ ਸਕਦੇ ਹਾਂ, ਆਤਮਾ ਦਾ ਹਨੇਰਾ ਕੇਵਲ ਗੁਰੂ ਹੀ ਦੂਰ ਕਰ ਸਕਦਾ ਹੈ। ਮਹਾਰਾਜ ਦੀ ਪਵਿੱਤਰ ਬਾਣੀ ਦਾ ਫਰਮਾਨ ਵੀ ਹੈ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਿਨਾਂ ਆਤਮਾ ਵਿੱਚ ਹਨੇਰਾ ਹੀ ਹਨੇਰਾ। ਬਾਹਰ ਦੀ ਰੌਸ਼ਨੀ ਅਸੀਂ ਕਈ ਤਰੀਕਿਆਂ ਨਾਲ ਪੈਦਾ ਕਰ ਸਕਦੇ ਹਾਂ, ਜੇ ਅੰਦਰ ਰੌਸ਼ਨੀ ਪੈਦਾ ਕਰਨੀ ਹੈ ਤੇ ਫਿਰ ਗੁਰੂ ਦੀ ਸ਼ਰਨ ਵਿੱਚ ਜਾਣਾ ਪਵੇਗਾ। ਤੋ ਇਸ ਤਰ੍ਹਾਂ ਮਾਤਾ ਪ੍ਰੇਮੋ ਜੀ ਸੱਚੇ ਪਾਤਸ਼ਾਹ ਦੀ ਸ਼ਾਨ ਵੀ ਸ਼ਬਦ ਕਹਿ ਰਹੇ ਸਨ, ਤੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਕਰਕੇ ਹਜ਼ੂਰ ਦੇ ਸਾਹਮਣੇ ਬੇਨਤੀ ਕਰ ਰਹੇ ਸਨ। ਜਾਣੀ ਬੇਨਤੀ ਕਰਨ ਦਾ ਲਹਿਜਾ ਇਹੋ ਜਿਹਾ ਸੀ ਵੀ ਜਿਹਦੇ ਵਿੱਚ ਮੰਗ ਕੋਈ ਨਹੀਂ, ਅਜੇ ਤੱਕ ਕੋਈ ਮੰਗ ਨਹੀਂ। ਮਾਤਾ ਜੀ ਹਜ਼ੂਰ ਦੀ ਵਡਿਆਈ ਕਰ ਰਹੇ ਸਨ। ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਸਤਿਗੁਰੂ ਮਹਾਨ ਸਨ, ਤੁਸੀਂ ਉਹਨਾਂ ਦੇ ਇਕਲੌਤੇ ਸਾਹਿਬਜ਼ਾਦੇ ਹੋ, ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹੋ। ਜਿਹੜਾ ਤੁਹਾਡੇ ਦਰਬਾਰ ਵਿੱਚ ਆਉਂਦਾ ਉਹਦੀ ਝੋਲੀ ਭਰਦੀ ਹੈ। ਤੁਸੀਂ ਕੰਗਲਿਆਂ ਨੂੰ ਬਾਦਸ਼ਾਹ ਕਰਦੇ ਹੋ, ਹੰਕਾਰ ਨੂੰ ਇੱਥੇ ਕੋਈ ਥਾਂ ਨਹੀਂ। ਵੱਡੇ ਵੱਡੇ ਜਰਵਾਣੇ ਤੁਹਾਡੇ ਤੇ ਚੜ੍ਹ ਕੇ ਆਏ, ਭੰਗਾਣੀ ਦੇ ਮੈਦਾਨ ਵਿੱਚੋਂ ਹਾਰ ਕੇ ਗਏ। ਜਾਣੀ ਇਹੋ ਜਿਹੀਆਂ ਗੱਲਾਂ ਮਾਤਾ ਕਰ ਰਹੇ ਸਨ। ਸਵਾਲ ਕਰਤਾ ਸਵਾਲ ਕਰ ਰਿਹਾ ਸੀ, ਤਾਰੀਫ ਕਰ ਰਹੇ ਸਨ ਮਾਤਾ ਜੀ। ਤੇ ਸੱਚੇ ਪਾਤਸ਼ਾਹ ਨੂੰ ਅਜੇ ਤੱਕ ਇਸ ਗੱਲ ਦਾ ਪਤਾ ਨਹੀਂ ਸੀ ਲੱਗ ਰਿਹਾ ਵੀ ਮਾਤਾ ਜੀ ਮੰਗਣਾ ਕੀ ਚਾਹੁੰਦੇ। ਸਾਹਿਬ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਜਦੋਂ ਮਾਤਾ ਜੀ ਪ੍ਰੇਮੋ ਜੀ ਨੇ ਆਪਣੀ ਕਹਾਣੀ ਸਮਾਪਤ ਕਰ ਦਿੱਤੀ, ਫਿਰ ਮੇਰੀ ਸੱਚੀ ਸਰਕਾਰ ਮੇਹਰਾਂ ਦੇ ਘਰ ਵਿੱਚ ਆਏ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਹੁਣ ਮਾਤਾ ਨੂੰ ਪੁੱਛਣ ਲੱਗੇ ਵੀ ਮਾਂ, ਸਿਫਤਾਂ ਦੇ ਪੁਲ ਤਾਂ ਬੰਨ ਰਹੀਆਂ ਗੁਰੂ ਨਾਨਕ ਦੇ ਘਰ ਦੇ ਦਰਬਾਰ ਤੇ। ਆਪਣੀ ਹਜ਼ਾਤੀ ਵਿੱਚ ਜੋ ਕੁਝ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਾਨ ਵਿੱਚ ਵੇਖਿਆ, ਜੋ ਗੁਰੂ ਨਾਨਕ ਦੇ ਘਰ ਵਿੱਚ ਕਲਾ ਵਰਤਦੀ ਵੇਖੀ, ਉਹਦਾ ਜ਼ਿਕਰ ਕਰ ਰਹੇ ਹੋ। ਤੁਹਾਡੀ ਇੱਛਾ ਕੀ ਹੈ? ਸਾਹਿਬ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਮਾਤਾ ਪ੍ਰੇਮੋ ਜੀ ਨੂੰ ਮੁਖਾਤਬ ਹੋ ਕੇ ਆਪਣੀ ਪਾਵਨ ਰਸਨਾ ਤੋਂ ਆਖ ਰਹੇ ਨੇ, ਭਈ ਤੇਰੀ ਇੱਛਾ ਕੀ ਹੈ ਮਾਂ, ਤੂੰ ਇਹ ਤੇ ਦੱਸ, ਤੇਰੀਆਂ ਲੋੜਾਂ ਪੂਰੀਆਂ ਕਰ ਦਿੱਤੀਆਂ ਜਾਣ। ਸੋਹਣਿਆਂ ਦੇ ਸੁਲਤਾਨ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਲਾਬ ਦੀਆਂ ਪੱਤੀਆਂ ਵਰਗੀਆਂ ਬੁੱਲੀਆਂ ਵਿੱਚੋਂ ਮਿੱਠੀ ਜਿਹੀ ਮੁਸਕਰਾਹਟ ਛੱਡ ਕੇ ਮਾਤਾ ਪ੍ਰੇਮੋ ਜੀ ਨੂੰ ਸੋਹਣਿਆਂ ਦੇ ਸੁਲਤਾਨ ਸਤਿਗੁਰੂ ਆਪਣੀ ਪਾਵਨ ਰਸਨਾ ਤੋਂ ਇਉਂ ਆਖਣ ਲੱਗੇ।
गुरां फरमाया दसो माता खोए मारता कातों पला गल पाया कातों पला गल पाया साडे दिल सत्कार बड़ा साडे दिल सत्कार बड़ा दसिया नहीं जा सकदा तुसा वास्ते प्यार बड़ा तुसा वास्ते प्यार बड़ा दसो किस दी थोड़ा दसो किस दी थोड़ा हुणे ही तुसा दी माता जी पूरी करनी लोड़ा पूरी करनी लोड़ा निमाणिया नू नदर रहमत जिस तरफ नानक इशारा कर दिया जर्रे को सूरज किया कतरे को दरिया कर दिया तो को साथ बना सजन भी सजन किया बंदों की क्या बात है रीठे को मीठा कर दिया रीठे को मीठा कर दिया मिले मान ने मानिया नू मिले मान ने मानिया नू मौजी आए दर ऐसा है मिले तान नितानिया नू मिले तान नितानिया नू मिले तान नितानिया नू
ਗੁਰੂ ਨਾਨਕ ਦਾ ਘਰ ਇੱਕ ਐਸਾ ਘਰ ਹੈ ਜਿੱਥੋਂ ਕਿਸੇ ਨੂੰ ਨਿਰਾਸ਼ ਨਹੀਂ ਮੋੜਿਆ ਜਾਂਦਾ। ਹਰ ਜਾਚਕ ਦੀ ਇੱਥੋਂ ਝੋਲੀ ਭਰ ਕੇ ਤੋਰਿਆ ਜਾਂਦਾ ਹੈ। ਤੁਹਾਡੀ ਭਾਵਨਾ ਕੀ ਹੈ? ਸੱਚੇ ਪਾਤਸ਼ਾਹ ਕਹਿਣ ਲੱਗੇ, ਮਾਤ ਜੀ ਮੇਰੇ ਦਿਲ ਵਿੱਚ ਤੁਹਾਡੇ ਵਾਸਤੇ ਬੜੀ ਵੱਡੀ ਥਾਂ ਹੈ। ਇਸ ਲਈ ਥਾਂ ਹੈ ਕਿ ਤੁਹਾਡੇ ਪਰਿਵਾਰ ਨੇ ਗੁਰੂ ਨਾਨਕ ਦੇ ਘਰ ਵਾਸਤੇ ਮਹਾਨ ਕੁਰਬਾਨੀਆਂ ਕੀਤੀਆਂ। ਮਾਤਾ ਜੀ ਜੇ ਮੇਰੀ ਅੰਦਰਲੀ ਆਵਾਜ਼ ਸੁਣਦੇ ਹੋ ਨਾ, ਤੇ ਗੋਬਿੰਦ ਰਾਏ ਦੇ ਦਿਲ ਵਿੱਚ ਮਾਤਾ ਗੁਜਰੀ ਜੀ ਵਰਗਾ ਤੁਹਾਡਾ ਪਿਆਰ ਤੇ ਸਤਿਕਾਰ ਹੈ। ਜਿੰਨਾ ਪਿਆਰ ਮੈਂ ਆਪਣੀ ਜਨਮ ਦੇਣ ਵਾਲੀ ਮਾਂ ਨੂੰ ਕਰਦਾ ਹਾਂ, ਉਨਾ ਹੀ ਮਾਤਾ ਪ੍ਰੇਮੋ ਜੀ ਨੂੰ ਵੀ ਪਿਆਰ ਕਰਦਾ। ਤੁਸੀਂ ਮੇਰੇ ਧਰਮ ਦੇ ਮਾਤ ਹੋ। ਇੱਥੇ ਤਾਂ ਉਸ ਬੰਦੇ ਨੂੰ ਖਾਲੀ ਨਹੀਂ ਮੋੜਿਆ ਜਾਂਦਾ ਜਿਹਨੇ ਕਦੇ ਗੁਰੂ ਨਾਨਕ ਦਾ ਘਰ ਹੀ ਨਾ ਵੇਖਿਆ ਹੋਵੇ, ਤੇ ਤੁਸੀਂ ਤੇ ਲੰਬੇ ਅਰਸੇ ਤੋਂ ਸੇਵਾ ਕਰਦੇ ਆ। ਮਾਤ ਜੀ ਇੱਕ ਵਾਰੀ ਆਪਣੀ ਰਸਨਾ ਤੋਂ ਕਹੋ ਤੁਹਾਡੀ ਇੱਛਾ ਕੀ ਪੂਰੀ ਕਰ ਦਿੱਤੀ ਜਾਵੇ। ਇਹ ਇੱਕ ਐਸਾ ਦਰ ਹੈ ਜਿੱਥੋਂ ਹਰ ਬੰਦੇ ਦੀ ਝੋਲੀ ਭਰ ਕੇ ਤੋਰਿਆ ਜਾਂਦਾ ਹੈ। ਤੁਹਾਡੀ ਪਰਵਲ ਇੱਛਾ, ਤੁਹਾਡੇ ਅੰਦਰ ਦੀ ਵੇਦਨਾ ਕੀ ਹੈ, ਆਪਣੇ ਲਫ਼ਜ਼ਾਂ ਰਾਹੀਂ ਯਾਰ ਕਰੋ, ਉਸ ਦੀ ਪੂਰਤੀ ਕਰ ਦਿੱਤੀ ਜਾਵੇਗੀ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਵੱਡੇ ਵੱਡੇ ਬਾਦਸ਼ਾਹਾਂ ਦੇ ਭੰਡਾਰੇ ਖਾਲੀ ਹੋ ਸਕਦੇ ਨੇ, ਪਰ ਗੁਰੂ ਨਾਨਕ ਦੇ ਘਰ ਵਿੱਚੋਂ ਕਦੇ ਕੋਈ ਖਾਲੀ ਨਹੀਂ ਮੁੜਿਆ। ਦੁਨੀਆ ਦਾ ਬਾਦਸ਼ਾਹ ਕਿਸੇ ਨੂੰ ਰਿਜ਼ਕ ਦੇ ਸਕਦਾ ਹੈ, ਨੌਕਰੀ ਦੇ ਸਕਦਾ ਹੈ, ਜਗੀਰ ਦੇ ਸਕਦਾ ਹੈ, ਜਾਇਦਾਦ ਦੇ ਸਕਦਾ ਹੈ, ਸੋਨੇ ਦੇ ਮੁਹੱਲ ਪਵਾ ਕੇ ਦੇ ਸਕਦਾ ਹੈ, ਪਰ ਗੁਰੂ ਨਾਨਕ ਦਾ ਘਰ ਤਾਂ ਪਰਮਾਰਥ ਦਾ ਪੈਂਡਾ ਵੀ ਸਖਾਲਾ ਕਰ ਦਿੰਦਾ। ਗੁਰੂ ਨਾਨਕ ਦੇ ਘਰ ਦੀ ਵਡਿਆਈ ਬੜੇ ਪਿਆਰ ਦੇ ਵਜਦ ਵਿੱਚ ਆ ਕੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਕਹਿ ਰਹੇ ਸਨ, ਮਾਤ ਪ੍ਰੇਮੋ ਜੀ ਮੇਰੇ ਦਿਲ ਵਿੱਚ ਤੁਹਾਡੇ ਪ੍ਰਤੀ ਬੜਾ ਵੱਡਾ ਥਾਂ ਤੇ ਸਤਿਕਾਰ ਹੈ। ਜਿਵੇਂ ਮੈਂ ਮਾਤਾ ਗੁਜਰੀ ਜੀ ਨੂੰ ਪਿਆਰ ਕਰਦਾ ਉਵੇਂ ਹੀ ਤੁਹਾਨੂੰ ਕਰਦਾ। ਤੇ ਇੱਕ ਵਾਰੀ ਆਪਣੀ ਰਸਨਾ ਤੋਂ ਕਹੋ ਤੇ ਸਹੀ ਵੀ ਤੁਹਾਡੀ ਇੱਛਾ ਕੀ ਹੈ, ਤੁਰੰਤ ਪੂਰੀ ਕਰ ਦਿੱਤੀ ਜਾਵੇਗੀ, ਪੂਰੀ ਕਰ ਦਿੱਤੀ ਜਾਵੇਗੀ। ਕਿਸੇ ਪ੍ਰਕਾਰ ਦੀ ਕੋਈ ਕਮੀ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਆਪਣੀ ਪਾਵਨ ਰਸਨਾ ਤੋਂ ਕਹਿ ਰਹੇ ਸਨ, ਤੇ ਮਾਤਾ ਨੇ ਆਖਿਆ ਹੁਣ ਤਾਂ ਹਜੂਰ ਕਹਿ ਰਹੇ ਨੇ ਵੀ ਇੱਛਾ ਕੀ ਹੈ ਤੇ ਦੱਸ ਦੇਣਾ ਚਾਹੀਦਾ। ਮਾਤਾ ਜੀ ਨੇ ਆਖਿਆ, ਮੇਰੇ ਸੱਚੇ ਪਾਤਸ਼ਾਹ, ਮੇਰੇ ਗਰੀਬ ਨਵਾਜ ਦਾਤਾ ਜੀ, ਮੇਰੇ ਸਤਿਗੁਰੂ ਜੀ, ਉਮਰ ਕਰਕੇ ਮੈਂ ਤੁਹਾਡੇ ਨਾਲੋਂ ਵੱਡੀ, ਪਰ ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹੋ। ਤੁਸੀਂ ਸੱਚੇ ਪਾਤਸ਼ਾਹ ਹੋ, ਦੀਨ ਦੁਨੀ ਦੇ ਪਾਤਸ਼ਾਹ ਤਖਤ ਉੱਤੇ ਸੁਭਾਇਮਾਨ ਹੋ। ਜਿਵੇਂ ਹਰ ਮਾਂ ਦੀ ਕੋਈ ਨਾ ਕੋਈ ਇੱਛਾ ਹੁੰਦੀ ਹੈ, ਪ੍ਰੇਮੋ ਦੀ ਵੀ ਇੱਕ ਇੱਛਾ ਹੈ। ਤੇ ਮਹਾਰਾਜ ਕਹਿਣ ਲੱਗੇ, ਦੱਸ ਮਾਂ ਤੇਰੀ ਕੀ ਇੱਛਾ? ਤੇ ਮਾਤਾ ਪ੍ਰੇਮੋ ਨੇ ਆਖਿਆ, ਸੱਚੇ ਪਾਤਸ਼ਾਹ ਮੇਰੀ ਇੱਛਾ ਪਤਾ ਕੀ ਹੈ? ਮੇਰੀ ਇੱਛਾ ਹੈ ਵੀ ਜੈਤਾ ਜੀ ਜਵਾਨੀ ਦੀ ਦਲੀਲ ਤੇ ਕਦਮ ਰੱਖ ਰਹੇ ਨੇ, ਤੇ ਸੱਚੇ ਪਾਤਸ਼ਾਹ ਦੇ ਵਿਆਹ ਬਾਰੇ ਕੁਝ ਨਾ ਕੁਝ ਸੋਚੋ, ਕਰੋ ਕਿਰਪਾ। ਇੱਕ ਤਾਂ ਮੈਂ ਪੁੱਤਰ ਦਾ ਵਿਆਹ ਵੇਖਾਂ ਇਹਨਾਂ ਦੀਦਿਆਂ ਨਾਲ, ਤੇ ਨਾਲੇ ਮਾਵਾਂ ਦੀ ਇੱਛਾ ਹੁੰਦੀ ਆ ਵੀ ਉਹਨਾਂ ਦੀਆਂ ਨੂੰਹਾਂ ਦੀ ਗੋਦ ਵੀ ਹਰੀ ਹੋਵੇ। ਤੇ ਸੱਚੇ ਪਾਤਸ਼ਾਹ ਮੈਂ ਆਪਣੀ ਨੂੰਹ ਦੇ ਸਿਰ ਤੋਂ ਪਾਣੀ ਵਾਰ ਕੇ ਪਾਵਾਂ, ਮੇਰੀ ਪਰਬਲ ਇੱਛਾ ਪੀਵਾਂ। ਮੇਰੇ ਗਰੀਬ ਨੂੰ ਸੱਚੇ ਪਾਤਸ਼ਾਹ ਮੇਰਾਂ ਦੇ ਘਰ ਵਿੱਚ ਆਓ ਤੇ ਮੈਨੂੰ ਇਹ ਦਾਨ ਬਖਸ਼ੋ। ਜੇ ਰਹਿਮਤ ਦਾ ਮੀਂਹ ਪਾਉਣ ਲੱਗੇ ਹੋ ਤੇ ਜੈਤੇ ਦਾ ਵਿਆਹ ਆਪਣੇ ਕਰ ਕਮਲਾਂ ਨਾਲ ਕਰੋ, ਤੇ ਤੁਹਾਡੀ ਨਜ਼ਰ ਸਾਨੀ ਵਿੱਚ ਹੋਵੇ, ਤੇ ਸੱਚੇ ਪਾਤਸ਼ਾਹ ਮੇਰਾਂ ਦੇ ਘਰ ਵਿੱਚ ਆ ਕੇ ਰਹਿਮਤ ਦਾ ਮੀਂਹ ਪਾਓ। ਸਤਿਗੁਰੂ ਖੁਸ਼ੀ ਵਿੱਚ ਝੂਮ ਉੱਠੇ। ਆਖਿਆ, ਮਾਤਾ ਜੀ ਤਰਲੋਕੀ ਦਾ ਰਾਜ ਮੰਗ ਲੈਂਦੇ ਹੋ, ਤੁਹਾਨੂੰ ਤਰਲੋਕੀ ਦਾ ਰਾਜ ਦੇ ਦਾਂ। ਇਹ ਤਾਂ ਬੜੀ ਛੋਟੀ ਜਿਹੀ ਗੱਲ ਹੈ। ਜੇ ਮੇਰੀ ਮਾਂ ਦੀ ਇੱਛਾ ਹੈ ਤੇ ਪੂਰੀ ਕਰ ਦਿੱਤੀ ਜਾਵੇਗੀ। ਮੈਂ ਬੇਨਤੀ ਕਰਾਂ ਵੀ ਮਹਾਰਾਜ ਕਹਿ ਰਹੇ ਸਨ, ਮਾਤ ਜੀ ਜਿੰਨਾ ਸਾਡੇ ਦਿਲ ਵਿੱਚ ਮਾਤਾ ਗੁਜਰੀ ਜੀ ਵਰਗਾ ਥਾਂ ਹੈ, ਉਹਨਾਂ ਹੀ ਤੁਹਾਡੇ ਵਾਸਤੇ ਥਾਂ, ਤੇ ਤੁਸੀਂ ਮੰਗੋ ਕੀ ਮੰਗਣਾ ਹੈ। ਤੇ ਮਾਤਾ ਜੀ ਨੇ ਮੰਗਦੇ ਆਖਿਆ, ਫਿਰ ਜੈਤਾ ਜੀ ਦਾ ਵਿਆਹ ਕਰੋ। ਬੇਟੇ ਜੈਤੇ ਦੇ ਵਿਆਹ ਨੂੰ ਵੇਖਣ ਦੀ ਬੜੀ ਵੱਡੀ ਇੱਛਾ ਹੈ। ਸਤਿਗੁਰਾਂ ਨੇ ਆਖਿਆ, ਪੂਰੀ ਕਰ ਦਿੱਤੀ ਜਾਵੇਗੀ। ਮਹਾਰਾਜ ਨੇ ਆਖਿਆ, ਮਾਤ ਜੀ ਤੁਹਾਡੀ ਇੱਛਾ ਪੂਰੀ ਕਰ ਦਿੱਤੀ ਜਾਵੇਗੀ। ਜਦੋਂ ਆਖਿਆ ਪੂਰੀ ਕਰ ਦਿੱਤੀ ਜਾਵੇਗੀ, ਤੇ ਮਾਤਾ ਦੀ ਖੁਸ਼ੀ ਦਾ ਕੋਈ ਹੱਦ ਬੰਨਾ ਨਾ ਰਿਹਾ। ਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ, ਮਾਤਾ ਜੀ ਅਜੇ ਖੜੇ ਨੇ, ਸੰਗਤ ਸਾਹਮਣੇ ਬੈਠੀ ਹੈ, ਤੇ ਸਤਿਗੁਰੂ ਆਪਣੀ ਪਾਵਨ ਰਸਨਾ ਤੋਂ ਮੁਖਾਤਬ ਹੋ ਕੇ ਸੰਗਤ ਨੂੰ ਕਹਿ ਰਿਹਾ ਵੀ ਕੋਈ ਬਣੇ ਭਾਗਾਂ ਵਾਲਾ, ਕੋਈ ਉਹ ਗੁਰਸਿੱਖ ਜਿਹੜਾ ਗੁਰੂ ਦਾ ਬਚਨ ਪਾਲ ਕੇ ਜੀਵਨ ਸਫਲਾ ਕਰੇ। ਮਾਤਾ ਜੀ ਨੇ ਜੈਤੇ ਦੇ ਵਿਆਹ ਦੀ ਗੱਲ ਤੋਰੀ ਹੈ, ਤੇ ਕੋਈ ਉੱਠੇ ਜਿਹੜਾ ਇਹ ਖੁਸ਼ੀਆਂ ਦਾ ਪਾਤਰ ਬਣ ਸਕੇ। ਸੋਹਣਿਆਂ ਦੇ ਸੁਲਤਾਨ ਸੱਚੇ ਪਾਤਸ਼ਾਹ ਮਹਾਰਾਜ ਜੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਬੈਠੇ ਹੋਏ ਸੰਗਤ ਨੂੰ ਮੁਖਾਤਬ ਹੋ ਕੇ ਆਪਣੀ ਪਾਵਨ ਰਸਨਾ ਤੋਂ ਕੁਝ ਇਉਂ ਚੋਜੀ ਪਾਤਸ਼ਾਹ ਮੁਖ ਜੋ ਕਹਿਣ ਲੱਗੇ, ਚੋਜੀ ਪਾਤਸ਼ਾਹ ਮੁਖ ਜੋ ਕਹਿਣ ਲੱਗੇ,
ਸਾਡੇ ਹੁਕਮ ਦੇ ਤਾਈ ਵਜਾਓ ਸਿੱਖੋ, ਸਾਡੇ ਹੁਕਮ ਦੇ ਤਾਈ ਵਜਾਓ ਸਿੱਖੋ। ਕਰਨੀ ਮਾਤ ਪ੍ਰੇਮੋ ਦੀ ਆਸ ਪੂਰੀ, ਕਰਨੀ ਮਾਤ ਪ੍ਰੇਮੋ ਦੀ ਰੀਝ ਪੂਰੀ। ਪਿਆਰੀ ਮਾਂ ਦੀ ਆਸ ਪੁਜਾਓ ਸਿੱਖੋ, ਪਿਆਰੀ ਮਾਂ ਦੀ ਆਸ ਪੁਜਾਓ ਸਿੱਖੋ। ਇਹਦਾ ਪੁੱਤ ਜੈਤਾ ਜਿੰਦ ਜਾਨ ਸਾਡੀ, ਇਹਦਾ ਪੁੱਤ ਜੈਤਾ ਜਿੰਦ ਜਾਨ ਸਾਡੀ। ਖੁਸ਼ੀਆਂ ਸਾਡੀਆਂ ਝੋਲੀ ਵਿੱਚ ਪਾਓ ਸਿੱਖੋ, ਖੁਸ਼ੀਆਂ ਸਾਡੀਆਂ ਝੋਲੀ ਵਿੱਚ ਪਾਓ ਸਿੱਖੋ। ਚਾਹੁੰਦੀ ਪੁੱਤਰ ਦਾ ਏ ਵਿਆਹ ਕਰਨਾ, ਚਾਹੁੰਦੀ ਪੁੱਤਰ ਦਾ ਏ ਵਿਆਹ ਕਰਨਾ। ਮੰਨੋ ਹੁਕਮ ਨਾ ਦੇਰ ਲਗਾਓ ਸਿੱਖੋ, ਮੰਨੋ ਹੁਕਮ ਨਾ ਦੇਰ ਲਗਾਓ ਸਿੱਖੋ। ਸ਼ਗਨ ਆਪਣੀ ਧੀ ਦਾ ਸਿੱਖ ਕੋਈ, ਸ਼ਗਨ ਆਪਣੀ ਧੀ ਦਾ ਸਿੱਖ ਕੋਈ। ਭਾਈ ਜੈਤੇ ਦੀ ਝੋਲੀ ਵਿੱਚ ਪਾਓ ਸਿੱਖੋ, ਭਾਈ ਜੈਤੇ ਦੀ ਝੋਲੀ ਵਿੱਚ ਪਾਓ ਸਿੱਖੋ। ਗੁਰੂ ਨਾਨਕ ਜੀ ਹੋਣ ਪਰ ਸੰਨ ਪੂਰੇ, ਗੁਰੂ ਨਾਨਕ ਜੀ ਹੋਣ ਪਰ ਸੰਨ ਪੂਰੇ। ਮੌਜੀ ਪਰ ਉਪਕਾਰ ਕਮਾਓ ਸਿੱਖੋ, ਮੌਜੀ ਪਰ ਉਪਕਾਰ ਕਮਾਓ ਸਿੱਖੋ, ਮੌਜੀ ਪਰ ਉਪਕਾਰ ਕਮਾਓ ਸਿੱਖੋ। ਗੁਰੂ ਕੇ ਸਿੱਖ ਗੁਰੂ ਦੇ ਹੁਕਮ ਨੂੰ ਖੁਦਾਈ ਹੁਕਮ ਸਮਝਦੇ ਸਨ। ਸਮਝਣਾ ਵੀ ਚਾਹੀਦਾ ਹੈ। ਭਾਈ ਸਾਹਿਬ ਸਰਾਲੀ ਵਾਲੇ ਵੀਰ ਜੀ ਨਾਮ ਮੈਨੂੰ ਵਿਸਰ ਗਿਆ। ਹਾਂਜੀ, ਛੋਟੇ ਭਰਾ ਵੀਰ ਜੱਸਾ ਸਿੰਘ ਜੀ, ਬਲਦੇਵ ਸਿੰਘ ਦੇ ਛੋਟੇ ਵੀਰ, ਉਹਨਾਂ ਵੱਲੋਂ 100 ਰੁਪਏ ਇਤਿਹਾਸ ਦੇ ਮਾਣ ਵਿੱਚ ਹਾਜ਼ਰ ਹੋਇਆ। ਅੱਜ ਪਹਿਲੀ ਵਾਰ ਨਹੀਂ, ਵਲਟੋਏ ਨਗਰ ਵਿੱਚ ਸਾਰੀ ਜ਼ਿੰਦਗੀ ਲੰਘ ਚੱਲੀ ਦੀਵਾਨ ਕਰਦਿਆਂ ਬਾਬਾ ਭਾਈ ਝਾੜੂ ਜੀ ਦੇ ਪਾਵਨ ਅਸਥਾਨ ਤੇ ਲੰਬੇ ਅਰਸੇ ਤੋਂ ਜਦੋਂ ਅਸੀਂ ਕਵੀਸ਼ਰੀ ਕਰਦੇ ਸਾਂ ਉਦੋਂ ਵੀ ਸੇਵਾ ਕਰਦੇ ਰਹੇ। ਇਹ ਪਰਿਵਾਰ ਸਾਡੇ ਨਾਲ ਬਹੁਤ ਪਿਆਰ ਕਰਦਾ ਰਿਹਾ। ਭਾਈ ਬਲਦੇਵ ਸਿੰਘ, ਭਾਈ ਜੱਸਾ ਸਿੰਘ, ਇਹ ਸਾਰਾ ਪਰਿਵਾਰ ਸੱਚੇ ਪਾਤਸ਼ਾਹ ਦੀ ਪਾਰ ਬਖਸ਼ਿਸ਼ ਨਾਲ ਮੁਹੱਬਤ ਪਾਲਣ ਵਾਲਾ ਪਰਿਵਾਰ ਹੈ। ਬਹੁਤ ਸਾਰੀ ਮੈਂ ਅਰਦਾਸ ਕਰਾ ਰਹੇ ਨੇ। ਵਾਹਿਗੁਰੂ ਦੇ ਚਰਨਾਂ ਵਿੱਚ ਇਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰਦੀ। ਹਰਬੰਸ ਸਿੰਘ ਦਾ ਪੁੱਤਰਾ ਦਿਲਬਾਗ ਸਿੰਘ ਫੌਜੀ ਦੇ ਨਾਂ ਤੇ 50 ਰੁਪਏ ਹਾਜ਼ਰ ਨੇ। ਮਿਸਤਰੀ ਗੁਰਪ੍ਰੀਤ ਸਿੰਘ ਜੀ ਸਨ ਆਓ ਸਵਰਗਵਾਸੀ ਅਮਰੀਕ ਸਿੰਘ ਦੇ ਨਾਂ ਤੇ ਬਹੁਤ ਸਾਰੀ ਮਾਇਆ ਹਾਜ਼ਰ ਹੈ।
ਬਲਜੀਤ ਸਿੰਘ ਸਨ ਆਫ ਸੁਰਗਵਾਸੀ ਅਮਰਜੀਤ ਸਿੰਘ ਜੀ 50 ਰੁਪਏ ਭੇਜ ਰਹੇ ਨੇ। ਬੇਟੀ ਮਨਸੀਰਤ ਕੌਰ ਤੇ ਤਨਸੀਰਤ ਕੌਰ, ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਹਾਜ਼ਰ ਹੈ। ਹੰਸਾ ਸਿੰਘ ਜੀ 50 ਰੁਪਏ ਭੇਜ ਰਹੇ ਨੇ। ਜੱਸਾ ਸਿੰਘ ਜੀ ਮਾਇਆ ਭੇਜ ਰਹੇ ਨੇ। ਨੰਬਰਦਾਰ ਰਤਨ ਸਿੰਘ ਜੀ ਮਾਇਆ ਭੇਜ ਰਹੇ ਨੇ। ਨੰਬਰਦਾਰ ਗੁਰਦੀਪ ਸਿੰਘ ਜੀ ਮਾਇਆ ਭੇਜ ਰਿਹਾ ਹੈ। ਮਿਸਤਰੀ ਜੱਗਾ ਸਿੰਘ ਜੀ ਮਾਇਆ ਭੇਜ ਰਹੇ ਨੇ। ਕਰਤਾਰ ਸਿੰਘ ਜੀ ਮਾਣੇਕਿਆਂ ਵਾਲੇ ਮਾਇਆ ਭੇਜ ਰਿਹਾ ਹੈ। ਸ਼ਿੰਗਾਰ ਸਿੰਘ ਜੀ ਮਾਇਆ ਭੇਜ ਰਹੇ। ਮਹਾਰਾਜ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ੇ। ਕਾਕਾ ਗਗਨਦੀਪ ਸਾਡਾ ਪੋਤਰਾ ਸਵਿੰਦਰ ਸਿੰਘ ਦਾ ਬਰਖੁਰਦਾਰ ਬੱਚਾ ਮੈਂ ਅਰਦਾਸ ਕਰਾ ਰਿਹਾ ਹੈ। ਗਰੀਬਨਾਥ ਸੱਚੇ ਪਾਤਸ਼ਾਹ ਵਿਦਿਆ ਦੀ ਦਾਤ, ਗੁਰਮਤਿ ਦੀ ਸਿੱਖਿਆ ਬਖਸ਼ਣ। ਹਜ਼ੂਰ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ। ਜ਼ਿਕਰ ਕੀਤਾ ਜਾ ਰਿਹਾ ਸੀ ਕਿ ਸਿੱਖ ਆਪਣੇ ਗੁਰੂ ਦੇ ਹੁਕਮ ਨੂੰ ਖੁਦਾਈ ਹੁਕਮ ਮੰਨਦਾ ਤੇ ਮੰਨਣਾ ਵੀ ਚਾਹੀਦਾ। ਕਈ ਵਾਰੀ ਅਸੀਂ ਭੁਲੇਖੇ ਦਾ ਸ਼ਿਕਾਰ ਹੋ ਜਾਂਦੇ ਹਾਂ। ਪੜ੍ਹਦੇ ਤੇ ਜ਼ਰੂਰ ਹਾਂ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਪੜ੍ਹਦੇ ਹਾਂ ਨਾ, ਪਰ ਜੇ ਗੁਰੂ ਗ੍ਰੰਥ ਸਾਹਿਬ ਸਾਨੂੰ ਹੁਕਮ ਕਰੇ ਤੇ ਅਸੀਂ ਕਦੀ ਖੁਦਾਈ ਹੁਕਮ ਮੰਨਿਆ? ਹਰਗਿਜ਼ ਨਹੀਂ, ਕਦੇ ਵੀ ਨਹੀਂ ਮੰਨੇ। ਕੇਵਲ ਬੋਰਡ ਤੇ ਲਿਖਿਆ ਹੁਕਮਨਾਮਾ ਤੇ ਪੜ੍ਹ ਲੈਂਦੇ ਆ, ਉਹ ਗੁਰੂ ਦਾ ਹੁਕਮ ਹੁੰਦਾ ਹੈ ਜਿਹੜਾ ਗ੍ਰੰਥੀ ਦੀ ਰਚਨਾ ਰਾਹੀਂ ਸੱਚੇ ਪਾਤਸ਼ਾਹ ਆਪਣਾ ਹੁਕਮ ਸੁਣਾਉਂਦੇ ਨੇ। ਬੋਰਡ ਤੇ ਲਿਖਿਆ ਪੜ੍ਹ ਤਾਂ ਲੈਂਦੇ ਆ ਪਰ ਮੰਨਿਆ ਕਦੇ ਨਹੀਂ। ਤੇ ਜਿੰਨਾ ਚਿਰ ਮੰਨੇ ਨਾ ਉਹਨਾਂ ਚਿਰ ਗੁਰੂ ਦਾ ਸਿੱਖ ਹੋਣ ਦਾ ਵੀ ਹੱਕਦਾਰ ਨਹੀਂ। ਗੁਰੂ ਹੁਕਮ ਕਰੇ ਤੇ ਸਿੱਖ ਮੰਨਣ ਲਈ ਤਿਆਰ ਹੋ ਜਾਂਦੇ। ਸਿੱਖ ਤਾਂ ਆਪਣੀ ਜ਼ਿੰਦਗੀ ਦੀ ਬਾਜੀ ਲਾ ਦਿੰਦੇ ਨੇ। ਗੁਰੂ ਉੱਪਰ ਜਾਈਏ ਕੁਰਬਾਨ, ਸਿੱਖ ਤਾਂ ਆਪਣੇ ਗੁਰੂ ਤੋਂ ਕੁਰਬਾਨ ਹੋਣ ਲਈ ਤਿਆਰ ਹੋ ਜਾਂਦਾ। ਤੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਕਹਿ ਰਹੇ ਸਨ ਵੀ ਗੁਰਸਿੱਖੋ, ਮਾਤਾ ਪ੍ਰੇਮੋਂ ਦੀ ਇੱਛਾ ਹੈ ਵੀ ਜੈਤੇ ਦਾ ਵਿਆਹ ਕਰੀਏ। ਭਾਈ ਜਸਾਨੰਦ ਜੀ ਵੀ ਉੱਥੇ ਬੈਠੇ ਸਨ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਮਾਤਾ ਪ੍ਰੇਮੋਂ ਜੀ ਔਰ ਬਾਕੀ ਪਰਿਵਾਰ ਬੈਠਾ ਸੀ। ਸਾਹਿਬ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਕਹਿ ਰਹੇ ਸਨ ਮਾਤਾ ਜੀ ਦੀ ਪ੍ਰਬਲ ਇੱਛਾ ਹੈ, ਮਾਤਾ ਜੀ ਦੀ ਬੜੀ ਵੱਡੀ ਭਾਵਨਾ ਹੈ ਕਿ ਜੈਤੇ ਦਾ ਵਿਆਹ ਕਰੀਏ। ਬਾਬਾ ਜੈਤਾ ਜੀ ਵੀ ਨਜ਼ਦੀਕ ਬੈਠੇ ਸਨ। ਉੱਠੇ ਕੋਈ ਗੁਰਸਿੱਖ ਜਿਹਦੇ ਉੱਤੇ ਗੁਰੂ ਨਾਨਕ ਦੀ ਮਿਹਰਬਾਨੀ ਹੋਵੇ ਤੇ ਅਸੀਂ ਜੈਤਾ ਜੀ ਦਾ ਵਿਆਹ ਕਰਨਾ ਹੈ, ਕਿਉਂਕਿ ਮਾਤਾ ਪ੍ਰੇਮੋ ਜੀ ਨਾਲ ਬਚਨ ਕੀਤਾ ਹੈ ਤੇ ਉਹ ਬਚਨ ਦੀ ਪੂਰਤੀ ਕਰਨੀ ਹੈ। ਤੇ ਕੋਈ ਗੁਰਸਿੱਖ ਉੱਠੇ ਤੇ ਆਪਣੀ ਧੀ ਦਾ ਸ਼ਗਨ ਜੈਤਾ ਜੀ ਦੀ ਝੋਲੀ ਵਿੱਚ ਪਾਵੇ। ਮਹਾਰਾਜ ਜੀ ਆਪਣੀ ਰਸਨਾ ਤੋਂ ਕਹਿ ਰਹੇ ਸਨ, ਗੁਰੂ का वचन जिन्हें कमा लिया कई पीढ़ियां का उधार हो गया। गुरु का वचन कमाने वाला गुरसिख सचखंड की दहलीज ते जा कदम रखता है, क्योंकि गुरु के बोलों में बड़ी वड्डी बरकत होंदी है ते कमाने वाला गुरु के दर ते परवान चढ़ जाता। साहब कलगी वाले पातशाह महाराज कह रहे सन भी भागां वाले सिखो, कोई खुशी लवे गुरु नानक के घर की। माता प्रेमो जी की परबल इच्छा भी जैता जी का विआह किया जाए तो इनू संगाई की रस्म अदा करने वास्ते कोई अपनी धी का शगन जैता जी की झोली में पावे। इतिहास के पन्नियां ते जिक्र आउंदा है, सामने बैठिया संगतां सुन रही सन। हज़ारां की तादाद में गुरसिख बैठे सन। अपने नज़दीक आ पट्टी शहर है, पट्टी के रहने वाले भाई सुजान जी, जिन्हां दी गोद का नाम इतिहास के पन्नियां ते रियाड़ आउंदा है। जिमींदार घराने नाल संबंध रखते सन भाई सुजान जी, पट्टी के वसनीक सन। जी किया अपनी रिहायश आनंदपुर साहब की पावन धरती ते लै चलीए। इत्थे तां कदे कदाई जाके महाराज के दीदार करने का मौका मिलता, तो जे रिहायश ही आनंदपुर साहब लै जाइए तो फिर तां हजूर के दोवें टाइम दर्शन होया करन। नाले महाराज की सेवा करया करांगे, नाले दर्शन करया करांगे, नाले जन्म सफला हो जाएगा, नाले गुरु दी खुशियां प्राप्त होणगीਆਂ। पट्टी के रहने वाले जेडे अपने मन की यह भावना बना के अपनी रैश पट्टी तो उठा के आनंदपुर साहब की पावन धरती से लै गए भाई सुजान जी रियाड़, जिमींदार खिते नाल संबंध रखने वाले वही महाराज के दरबार में बैठे सन। तो भाई सुजान के दिन में आया आ जात पात का वितकरा तो होनी चल पाया, पहला नहीं सी हुंदा। ब्राह्मण बड़ा शातिर है, बड़ा तेज तरार है, बड़ा वह दिमाग काम करता है। उन्हें मंडियां पा दित्तियां साडे विच। जदों पहले जमाने में गुरु साहबां की हजाती वेले विआह हुंदा सी, कोई जात पात का भेदभाव नहीं सी हुंदा। बच्चे के कर्म वेखे जाते सन, बच्चे का जीवन वेख्या जाता सी, ते धी का शगन उहदी झोली विच पा दिता जाता सी। कदे भी किसी नहीं सी विचारिया भी किहड़ी बरादरी नाल संबंध रखता है। बरादरियां दे मनु की सिमरतियां का आधार बना के पंडित ने लोकां विच ये बखेड़े खड़े कर दिते। भाई सुजान जी जिहड़े अपनी रिहायश आनंदपुर साहब की पावन धरती ते लै गए, उन्हां दी बेटी भाई जैता जी की हम उम्र सी। ते भाई सुजान ने आख्या भी किते वेला ना लंघ जाता होए, मेहरां दे दाते आए ने, मेहरां दे घर विच जैता जी वास्ते सच्चे पातशाह कह रहे हैं भी जिन्हें खुशियां लैनियां दी झोली विच शगन पावे। ते भाई सुजान जी उठ के खड़े हो गए ते गल विच पल्ला पा के साहब कलगी वाले पातशाह महाराज जी के चरणों में बेनती कर रहे हैं, जे हजूर की आग्या होए तो मेरी बेटी
ਰਾਜ ਕੌਰ ਮੇਰੀ ਬੇਟੀ ਰਾਜਵੰਤੀ ਜੀ ਨੂੰ ਕਿਹਾ ਜਾਂਦਾ ਹੈ, ਉਹ ਬਿਲਕੁਲ ਜੈਤਾ ਜੀ ਦੀ ਹਮ ਉਮਰ ਹੈ ਤੇ ਸੱਚੇ ਪਾਤਸ਼ਾਹ ਜੇ ਤੁਹਾਡੀ ਆਗਿਆ ਹੋਵੇ ਤੇ ਖੁਸ਼ੀਆਂ ਦਾ ਪਾਤਰ ਮੈਂ ਬਣ ਸਕਾਂ। ਸਾਹਿਬ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੇ ਪਵਿੱਤਰ ਦਰਬਾਰ ਵਿੱਚ ਭਾਈ ਸੁਜਾਨ ਜੀ ਰਿਆੜ ਪੱਟੀ ਦੇ ਰਹਿਣ ਵਾਲੇ, ਜਿਨ੍ਹਾਂ ਨੇ ਵਸੇਬਾ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਕਰ ਲਿਆ ਸੀ। ਗਲ ਵਿੱਚ ਪੱਲਾ ਪਾ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਦਾ ਉਸ ਵੇਲੇ ਗੋਬਿੰਦ ਰਾਏ ਨਾਮ ਹੈ, ਮਹਾਰਾਜ ਦੇ ਦਰਬਾਰ ਵਿੱਚ ਖਲੋ ਕੇ ਹਜ਼ੂਰ ਨੂੰ ਬੇਨਤੀ ਇਉਂ ਕਰ ਜੇਕਰ ਜੀਆ ਤੂੰ ਜ਼ਿੰਦਗੀ ਲੋੜਦਾ ਏ, ਜੇਕਰ ਜੀਆ ਤੂੰ ਜ਼ਿੰਦਗੀ ਲੋੜਦਾ ਏ, ਪਰ ਉਪਕਾਰ ਦੇ ਲਈ ਹਲਾਕ ਹੋ ਜਾ। ਲਾ ਦੇ ਦੂਈ ਦੁਵੈਤ ਦੀ ਮੈਲ ਦਿਲ ਤੋਂ, ਮਾਨ ਤਾਨ ਛੱਡ ਦੇ ਹੌਲਾ ਕਾਕ ਹੋ ਜਾ। ਜੁਗਤੀ ਨਾਲ ਮੁਕਤੀ ਹੀਰ ਲੈਣ ਬਦਲੇ, ਜੁਗਤੀ ਨਾਲ ਮੁਕਤੀ ਹੀਰ ਲੈਣ ਬਦਲੇ। ਚੌਧਰ ਪੁਣਾ ਤੇ ਆਗ ਕੇ ਚਾਕ ਹੋ ਜਾ, ਪਲਕਾਂ ਉੱਪਰ ਬਿਠਾਉਣਗੇ ਲੋਕ ਤੈਨੂੰ। ਗੁਰੂ ਨਾਨਕ ਦੇ ਚਰਨਾਂ ਦੀ ਖਾਕ ਹੋ ਜਾ, ਗੁਰੂ ਨਾਨਕ ਦੇ ਕਦਮਾਂ ਦੀ ਖਾਕ ਹੋ ਜਾ। ਫੇਰ ਉੱਠ ਕੇ ਭਾਈ ਸੁਜਾਨ ਨੇ ਗਲ ਪੱਲਾ ਪਾਇਆ। ਫੇਰ ਉੱਠ ਕੇ ਭਾਈ ਸੁਜਾਨ ਨੇ ਗਲ ਪੱਲਾ ਪਾਇਆ। ਉਸ ਝੁਕ ਸੱਜੀ ਸਰਕਾਰ ਦੇ ਚਰਨੀ ਹੱਥ ਲਾਇਆ। ਉਸ ਝੁਕ ਸੱਜੀ ਸਰਕਾਰ ਦੇ ਚਰਨੀ ਹੱਥ ਲਾਇਆ। ਜੋ ਹੁਕਮ ਮੇਰੇ ਗੁਰਦੇਵ ਦਾ ਹੋ ਜਾਏ ਬਜਾਇਆ। ਜੋ ਹੁਕਮ ਮੇਰੇ ਗੁਰਦੇਵ ਦਾ ਹੋ ਜਾਏ ਬਜਾਇਆ। ਫਿਰ ਭਾਈ ਜੈਤੇ ਦਾ ਉਸ ਨੇ ਸੀ ਮੂੰਹ ਝੁਠਲਾਇਆ। ਫੇਰ ਭਾਈ ਜੈਤੇ ਦਾ ਉਸ ਨੇ ਸੀ ਮੂੰਹ ਝੁਠਲਾਇਆ। ਕਹਿੰਦਾ ਧੀ ਦਾ ਰਿਸ਼ਤਾ
ਪਾਲਣਾ ਕਰਦੇ ਭਾਈ ਸੁਜਾਨ ਜੀ ਨੇ ਆਖਿਆ, ਮਹਾਰਾਜ ਮੇਰੀ ਬੇਟੀ ਜੈਤਾ ਜੀ ਦੀ ਹਮ ਉਮਰ ਆ ਤੇ ਜੇ ਸਰਕਾਰ ਦੀ ਆਗਿਆ ਹੋਏ ਤੇ ਮੈਂ ਸ਼ਗਨ ਲਾ ਕੇ ਹਜ਼ੂਰ ਦੀਆਂ ਖੁਸ਼ੀਆਂ ਪ੍ਰਾਪਤ ਕਰਾਂ। ਸਾਹਿਬਾਂ ਨੇ ਆਖਿਆ ਵੀ ਖੁਸ਼ੀਆਂ ਸਦਾ ਲਈ ਝੋਲੀ ਵਿੱਚ ਪਈਆਂ। ਭਾਈ ਸੁਜਾਨ ਜੀ ਤੁਸੀਂ ਗੁਰੂ ਨਾਨਕ ਦੇ ਘਰ ਦੀ ਕਿਰਪਾ ਦੇ ਪਾਤਰ ਬਣਨ ਵਾਸਤੇ ਤਿਆਰ ਹੋ ਤੇ ਗੁਰੂ ਨਾਨਕ ਤੁਹਾਡੇ ਉੱਤੇ ਮਿਹਰਬਾਨ ਹੋਵੇ। ਇਤਿਹਾਸਕ ਪੰਨਿਆਂ ਤੇ ਜ਼ਿਕਰ ਆਉਂਦਾ ਹੈ, ਫਿਰ ਮਹਾਰਾਜ ਦੀ ਆਗਿਆ ਪਾ ਕੇ ਭਾਈ ਸੁਜਾਨ ਨੇ ਗੁੜ ਲਿਆਂਦਾ। ਗੁੜ ਅੱਜ ਕੱਲ੍ਹ ਸ਼ਗਨ ਦੀ ਰਸਮ ਅਦਾ ਕਰਨ ਵਾਸਤੇ ਮੂੰਹ ਜਠਾਲੀ ਵਾਸਤੇ ਬਰਫੀ ਦਿੱਤੀ ਜਾਂਦੀ ਖਾਣ ਲਈ। ਗੁੜ ਦੀ ਪੁਰਾਤਨ ਮਰਜ਼ਾਦਾ ਹੈ ਵੀ ਜਦੋਂ ਕਿਸੇ ਨੂੰ ਸ਼ਗਨ ਲਾਇਆ ਜਾਂਦਾ ਸੀ ਗੁੜ ਦੀ ਰੋੜੀ ਭੇਜੀ ਜਾਂਦੀ ਸੀ ਤੇ ਗੁੜ ਭੰਨ ਕੇ ਉਹਦੇ ਮੂੰਹ ਵਿੱਚ ਪਾਇਆ ਜਾਂਦਾ ਸੀ। ਇਹਦੀ ਅਸੀਂ ਪ੍ਰੋੜਤਾ ਕਰਨੀ ਹੋਵੇ ਤੇ ਨਿਹੰਗ ਸਿੰਘਾਂ ਤੋਂ ਕਰ ਸਕਦੇ ਹਾਂ। ਸਾਡੇ ਪਿੰਡ ਮੈਂ ਛੋਟਾ ਜਿਹਾ ਸੰਦਾਲ ਪੰਥ ਆਇਆ, ਪਿੰਡ ਤੋਂ ਲਹਿੰਦੀ ਬਾਈ ਅਸੀਂ ਨਿਹੰਗ ਸਿੰਘਾਂ ਦੇ ਘੋੜੇ ਵੇਖਣ ਲਈ ਗਏ। ਨਿਹੰਗ ਸਿੰਘ ਵੇਖੇ ਨਹੀਂ ਸਨ, ਦਰਸ਼ਨ ਕਰਨ ਲਈ ਗਏ ਤੇ ਉਹਨਾਂ ਨੇ ਜਲ ਪਾਣੀ ਸਾਨੂੰ ਛਕਾਇਆ ਤੇ ਕਹਿਣ ਲੱਗੇ, ਭਜੰਗੀਆ ਸਿਰ ਜੋੜ ਮਿਲ ਸਕਦਾ ਹੈ? ਸਿਰ ਜੋੜ। ਮੈਂ ਆਖਿਆ, ਬਾਬਾ ਜੀ ਸਿਰ ਜੋੜ ਕੀ ਹੁੰਦਾ ਹੈ? ਕਹਿੰਦੇ ਜੀ ਗੁੜ ਨੂੰ ਸਿਰ ਜੋੜ ਆਖਦੇ ਨੇ, ਜਾਣੀ ਦੋ ਸਰੀਰਾਂ ਦਾ ਮਿਲਾਪ ਕਰਨ ਵਾਲਾ ਗੁੜ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਇਹ ਸੱਚੀ ਮੁੱਚੀ ਸਿਰ ਜੋੜ ਹੈ ਗੁੜ। ਗੁੜ ਲਿਆਂਦਾ ਗਿਆ। ਮਹਾਰਾਜ ਦੀ ਹਾਜ਼ਰੀ ਵਿੱਚ ਭਾਈ ਸੁਜਾਨ ਜੀ ਨੇ ਭਾਈ ਜੈਤਾ ਜੀ ਦਾ ਮਹਾਰਾਜ ਦੇ ਨਜ਼ਦੀਕ ਬੈਠੇ ਦਾ ਮੂੰਹ ਜਠਲਾਇਆ। ਮਾਤਾ ਪ੍ਰੇਮੋ ਨੂੰ ਵਧਾਈਆਂ ਮਿਲੀਆਂ, ਸਦਾਨੰਦ ਨੂੰ ਵਧਾਈਆਂ ਦਿੱਤੀਆਂ ਗਈਆਂ, ਸਾਰੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ। ਖੁਸ਼ੀ ਨਾਲ ਅਨੰਦਪੁਰ ਸਾਹਿਬ ਦੀ ਧਰਤੀ ਗੂੰਜ ਉੱਠੀ। ਮੇਰੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਆਖਿਆ, ਭਾਈ ਸੁਜਾਨ ਤੇਰੇ ਉੱਤੇ ਗੁਰੂ ਨਾਨਕ ਦੀ ਅਪਾਰ ਕਿਰਪਾ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਗੁਰੂ ਦਾ ਹੁਕਮ ਮੰਨ ਕੇ ਸਿੱਖ ਨੇ ਆਪਣੀ ਧੀ ਦਾ ਰਿਸ਼ਤਾ ਤੈਅ ਕਰ ਲਿਆ। ਫਿਰ ਮਹਾਰਾਜ ਨੇ ਆਖਿਆ, ਵਿਆਹ ਦਾ ਦਿਨ ਅਸੀਂ ਆਪ ਮਿਥਾਂਗੇ। ਅੱਜ ਵਾਂਗੂ ਨਹੀਂ ਵੀ ਅੱਜ ਸ਼ਗਨ ਪਿਆ ਤੇ ਸਵੇਰੇ ਬਰਾਤ ਹੁੰਦੀ। ਕਈ ਵਾਰੀ ਤਾਂ ਪੈਲਸ ਵਿੱਚ ਹੀ ਸ਼ਗਨ ਲਾ ਕੇ ਤੇ ਉੱਥੇ ਹੀ ਬਰਾਤ ਵਾਲਾ ਕੰਮ ਕਰ ਦਿੱਤਾ ਜਾਂਦਾ, ਫੇਰਿਆਂ ਵਾਲਾ। ਪੁਰਾਣੇ ਜ਼ਮਾਨੇ ਵਿੱਚ ਸ਼ਗਨ ਲਾ ਦਿੱਤਾ ਜਾਂਦਾ ਸੀ, ਛੁਹਾਰਾ ਪਾ ਦਿੱਤਾ ਜਾਂਦਾ ਸੀ ਤੇ ਕਈ ਸਾਲ ਵਿਆਹ ਨਹੀਂ ਸੀ ਹੁੰਦੇ ਤੇ ਵਿਆਹ ਤੋਂ ਬਾਅਦ ਫਿਰ ਕਈ ਸਾਲ ਮੁਕਲਾਵਾ ਵੀ ਨਹੀਂ ਸੀ ਆਉਂਦਾ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਸਾਹਿਬ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਆਖਿਆ, ਉਹ ਦਿਨ ਅਸੀਂ ਨਿਸ਼ਚਿਤ ਕਰਾਂਗੇ ਜਿਸ ਦਿਨ ਜੈਤੇ ਦਾ ਤੇ ਲਾਜਵੰਤੀ ਦਾ ਵਿਆਹ ਹੋਣਾ। ਸਮਾਂ ਆਪਣੀ ਚਾਲ ਚੱਲਦਾ ਗਿਆ। ਦੋਨੇ ਪਰਿਵਾਰ ਬੜੇ ਖੁਸ਼ ਸਨ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, 1690 ਈਸਵੀ ਨੂੰ ਉਹ ਭਾਗਾਂ ਵਾਲਾ ਦਿਨ ਆ ਗਿਆ ਜਿਹੜਾ ਮਹਾਰਾਜ ਨੇ ਨਿਸ਼ਚਿਤ ਕੀਤਾ। ਅਨੰਦਪੁਰ ਸਾਹਿਬ ਦੀ ਪਾਵਨ ਧਰਤੀ, ਦੋਨੇ ਪਰਿਵਾਰ ਖੁਸ਼ੀ ਵਿੱਚ ਝੂਮ ਰਹੇ ਸਨ। ਉਧਰੋਂ ਭਾਈ ਸੁਜਾਨ ਜੀ ਨੇ ਹਰ ਤਰ੍ਹਾਂ ਦੇ ਪਕਵਾਨ ਤਿਆਰ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ। ਕਹਿ ਦਿੱਤਾ, ਮਹਾਰਾਜ ਅੱਜ ਲੰਗਰ ਵਿੱਚ ਜੋ ਵੀ ਤਿਆਰ ਹੋਏ ਦਾਸ ਵੱਲੋਂ। ਸਾਹਿਬ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਹਾਂ ਵਿੱਚ ਹੰਗਾਰਾ ਭਰਿਆ। ਦੋਨੇ ਪਰਿਵਾਰ ਲਗਭਗ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਰਹਿੰਦੇ ਸਨ। ਦੋਹਾਂ ਨੇ ਆਪੋ ਆਪਣੇ ਭਾਈਚਾਰੇ ਤੇ ਰਿਸ਼ਤੇਦਾਰ ਨੂੰ ਸੱਦ ਲਿਆ। ਆ ਗਈ ਉਹ ਸੁਭਾਗੀ ਘੜੀ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਮਹਾਰਾਜ ਦੇ ਨਜ਼ਰਾਂ ਦੇ ਸਾਹਮਣੇ ਸੁਭਾਗ ਜੋੜੀ ਦਾ ਵਿਆਹ ਹੋਇਆ। ਕਿਵੇਂ ਵਿਆਹ ਹੋਇਆ ਆਓ ਜਰਾ ਤੱਕੀਏ। ਇੱਕ ਪਾਸੇ ਭਾਈ ਸਦਾਨੰਦ ਦੇ ਬੇਟੇ ਜੈਤਾ ਜੀ, ਦੂਜੇ ਪਾਸੇ ਰਾਜਵੰਤੀ ਉਹ ਭਾਈ ਸੁਜਾਨ ਜੀ ਰਿਆੜ ਦੀ ਬੇਟੀ। ਦੋਵਾਂ ਦਾ ਆਨੰਦ ਕਾਰਜ, ਜਿਹੜਾ ਆਨੰਦ ਕਾਰਜ ਅਸੀਂ ਅੱਜ ਕਰਦੇ ਹਾਂ, ਇਸ ਤਰ੍ਹਾਂ ਮੇਰੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੀ ਆਗਿਆ ਪਾ ਕੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਬਾਬਾ ਜੈਤਾ ਜੀ ਦਾ ਵਿਆਹ ਕਿਵੇਂ ਹੋਇਆ ਉਹ ਸੀਨ ਖਿੱਚ ਕੇ ਤੁਹਾਡੀ ਸੇਵਾ ਵਿੱਚ ਅਰਜ਼ ਕੀਤਾ ਜਾ ਰਿਹਾ। ਕਿਉਂਕਿ ਪ੍ਰਬੰਧਕ ਵੀਰਾਂ ਨੇ ਕਿਹਾ ਸੀ ਵੀ ਬਾਬਾ ਜੀ ਦੇ ਵਿਆਹ ਦਾ ਇਤਿਹਾਸ ਕਰਾਉਣਾ ਹੈ। ਤਾਂ ਮੈਂ ਬੇਨਤੀ ਕਰ ਦਵਾਂ ਵੀ ਜਿਹੜੇ ਰਾਹ ਪਹਿਲੀ ਵਾਰ ਲੰਘਣਾ ਹੋਵੇ ਨਾ ਪੁੱਛ ਪਛ ਕੇ ਲੰਘਣਾ ਪੈਂਦਾ। ਕਦੇ ਸੱਜਾ ਸ਼ੀਸ਼ਾ ਗੱਡੀ ਦਾ ਡਾਊਨ ਕਰੀਦਾ ਪਈ ਇਹਨਾਂ ਨੂੰ ਪੁੱਛ ਲਈਏ, ਕਦੇ ਖੱਬੇ ਪਾਸਿਓਂ ਪੁੱਛੀਦਾ ਭਈ ਅਸੀਂ ਫਲਾਣੇ ਪਿੰਡ ਜਾਣਾ। ਤੇ ਜਿੱਥੇ ਕਈ ਵਾਰ ਆਏ ਹੋਈ ਨਾ ਫਿਰ ਇੰਨਾ ਵੀ ਪਤਾ ਹੁੰਦਾ ਵੀ ਕਿੰਨੀਆਂ ਪੁਲੀਆਂ ਨੇ, ਕਿੰਨੇ ਟੋਏ ਨੇ, ਕਿੱਥੋਂ ਬਚਾ ਕੇ ਗੱਡੀ ਲੰਘਾਉਣੀ ਆ ਤੇ ਕਿੱਥੋਂ ਤੇਜ਼ ਕਰਕੇ ਚਲਾਉਣੀ। ਹੁਣ ਇਹ ਪਹਿਲੀ ਵਾਰ ਇਤਿਹਾਸ ਗਾਇਆ ਜਾ ਰਿਹਾ ਤੇ ਥੋੜ੍ਹੇ ਦਿਨ ਹੋਏ ਨੇ ਲਿਖਿਆ ਨੂੰ। ਇਹਨਾਂ ਦੇ ਵਾਰੇ ਜਾਈਏ। ਗੁਰੂ ਕੇ ਢਾਡੀਆਂ ਦੇ ਮਹਾਰਾਜ ਨੇ ਇਹਨਾਂ ਨੂੰ ਬਲ ਬੁੱਧੀ ਬਖਸ਼ਿਸ਼ ਕੀਤੀ ਹੈ ਵੀ ਯਾਦ ਕਰਕੇ ਗਾ ਰਹੇ ਨੇ ਤੇ ਤੁਹਾਡੀ ਕਿਰਪਾ ਨਾਲ ਹੀ ਸਾਰਾ ਕੁਝ ਹੋ ਰਿਹਾ ਹੈ। ਜਿਵੇਂ ਚੰਦਰਮਾ ਦੀ ਆਪਣੀ ਰੌਸ਼ਨੀ ਨਹੀਂ ਨਾ ਹੁੰਦੀ, ਉਹ ਸੂਰਜ ਦੀ ਰੌਸ਼ਨੀ ਨਾਲ ਹੀ ਧਰਤੀ ਦੀ ਰੌਸ਼ਨੀ ਪਹੁੰਚਾਉਂਦਾ। ਸਾਨੂੰ ਵੀ ਕੋਈ ਗਿਆਨ ਨਹੀਂ, ਅਸੀਂ ਤਾਂ ਸਾਰਾ ਕੋਲੋਂ ਤੁਹਾਡੇ ਕੋਲੋਂ ਲੈਂਦੇ। ਜਾਣੀ ਸੰਗਤ ਦੀ ਰੌਸ਼ਨੀ ਨਾਲ ਹੀ ਅਸੀਂ ਸਾਰਾ ਕੁਝ ਕਰਦੇ ਹਾਂ। ਤੁਹਾਡੀ ਮਿਹਰਬਾਨੀ ਹੈ। ਆਓ ਤੱਕੀਏ। ਜਿਨ੍ਹਾਂ ਵੀਰਾਂ ਨੇ ਹੁਕਮ ਕੀਤਾ ਸੀ ਵੀ ਬਾਬਾ ਜੈਤਾ ਜੀ ਦਾ ਵਿਆਹ ਸਾਨੂੰ ਇਤਿਹਾਸ ਸੁਣਾਓ, ਉਹ ਹੁਣ ਵਿਆਹ ਦਾ ਆਨੰਦ ਵੀ ਮਾਣਿਓ। ਖਿਆਲ ਲੈ ਚਲੋ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਵਿਆਹ ਤੇ ਬਾਪੂ ਦੇ ਹੁੰਦਿਆਂ ਹੋ ਜਾਵੇ, ਦਾਦੇ ਦੇ ਹੁੰਦਿਆਂ ਹੋ ਜਾਵੇ ਤੇ ਖੁਸ਼ੀ ਦਾ ਕੋਈ ਹੱਦ ਬੰਨਾ ਨਹੀਂ ਰਹਿੰਦਾ। ਤੇ ਕਲਗੀ ਵਾਲੇ ਪਾਤਸ਼ਾਹ ਦੇ ਮੁਬਾਰਕ ਨਜ਼ਰਾਂ ਦੇ ਸਾਹਮਣੇ ਵਿਆਹ ਹੋ ਰਿਹਾ ਸੁਭਾਗੀ ਜੋੜੀ ਦਾ। ਉਹ ਜੋੜੀ ਕਿੰਨੀ ਭਾਗਾਂ ਵਾਲੀ ਹੋਵੇਗੀ। ਕੌਣ ਕੌਣ ਕਿੱਥੇ ਕਿੱਥੇ ਸੇਵਾ ਨਿਭਾ ਰਿਹਾ ਸੀ, ਇਹਨਾਂ ਸ਼ਬਦਾਂ ਵਿੱਚ ਅਰਜ਼ ਕੀਤਾ ਜਾਵੇ।
ਚੰਗੇ ਭਾਗਾਂ ਨਾਲ ਚੰਗੇ ਸਾਕ ਮਿਲਦੇ, ਚੰਗੇ ਸਾਕਾਂ ਲਈ ਕਰਮ ਕਮਾਏ ਜਾਂਦੇ। ਦਿਨ ਵਾਰ ਸੁਲੱਖਣੀ ਘੜੀ ਹੋਵੇ, ਗੀਤ ਖੁਸ਼ੀ ਦੇ ਖੁਸ਼ੀ ਵਿੱਚ ਗਾਏ ਜਾਂਦੇ। ਚੌਹਾਂ ਪਾਸੋਂ ਵਧਾਈਆਂ ਮਿਲਦੀਆਂ ਨੇ, ਚੌਹਾਂ ਪਾਸੋਂ ਵਧਾਈਆਂ ਮਿਲਦੀਆਂ ਨੇ। ਚਾ ਚੰਨ ਤੇ ਸ਼ਗਨ ਮਨਾਏ ਜਾਂਦੇ। ਭਾਗਾ ਵਾਲੜੇ ਮਾਪੇ ਉਹ ਹੋਮਦੇ ਨੇ, ਬੱਚੇ ਜਿਨ੍ਹਾਂ ਦੇ ਹੱਥੀਂ ਵਿਆਹੇ ਜਾਂਦੇ। ਬੱਚੇ ਜਿਨ੍ਹਾਂ ਦੇ ਹੱਥੀਂ ਵਿਆਹੇ ਜਾਂਦੇ। ਮੇਰੇ ਕਲਗੀ ਵਾਲੇ ਸਤਿਗੁਰ ਚੋਜੀ ਪ੍ਰੀਤਮ ਨੇ, ਮੇਰੇ ਕਲਗੀ ਵਾਲੇ ਸਤਿਗੁਰ ਚੋਜੀ ਪ੍ਰੀਤਮ ਨੇ। ਆਪਣੇ ਪਿਆਰੇ ਸਿੱਖ ਦੇ ਵਿਆਹ ਦਾ ਕਾਜ ਰਚਾਇਆ, ਆਪਣੇ ਪਿਆਰੇ ਸਿੱਖ ਦੇ ਵਿਆਹ ਦਾ ਕਾਜ ਰਚਾਇਆ। ਸਰ ਕੇ ਸੀ ਇਸ਼ਨਾਨ ਸਿਪਾਹੀ ਜੈਤੇ ਨੇ, ਕਰਕੇ ਸਰ ਕੇ ਸੀ ਇਸ਼ਨਾਨ ਸਿਪਾਹੀ ਜੈਤੇ ਨੇ। ਆਪਣੇ ਸਤਿਗੁਰ ਜੀ ਦੇ ਚਰਨੀ ਸੀਸ ਨਿਵਾਇਆ, ਆਪਣੇ ਸਤਿਗੁਰ ਜੀ ਦੇ ਚਰਨੀ ਸੀਸ ਨਿਵਾਇਆ। ਉਧਰ ਭਾਈ ਸੁਜਾਨ ਸੀ ਆਪਣੀ ਪਿਆਰੀ ਪੁੱਤਰੀ ਨੂੰ, ਪੁੱਤਰੀ ਨੂੰ। ਉਧਰ ਭਾਈ ਸੁਜਾਨ ਸੀ ਆਪਣੀ ਪਿਆਰੀ ਪੁੱਤਰੀ ਨੂੰ। ਬਸਤਰ ਪਹਿਨ ਕੇਸਰੀ ਗੁਰੂ ਹਜ਼ੂਰ ਲਿਆਇਆ, ਬਸਤਰ ਪਹਿਨ ਕੇਸਰੀ ਗੁਰੂ ਹਜ਼ੂਰ ਲਿਆਇਆ। ਹੁਕਮ ਗੁਰਾਂ ਦਾ ਗੁਰੂ ਕੇ ਸਿੱਖ ਪਿਆਰਿਆਂ ਨੇ, ਪਾ ਕੇ ਹੁਕਮ ਗੁਰਾਂ ਦਾ ਗੁਰੂ ਕੇ ਸਿੱਖ ਪਿਆਰਿਆਂ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੀ ਪ੍ਰਕਾਸ਼ ਕਰਾਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੀ ਪ੍ਰਕਾਸ਼
ਆਨੰਦ ਕਾਸ ਭਾਗੀ ਜੋੜੀ ਦਾ ਲੱਗਾ ਹੋਮਣ ਸੀ ਆਨੰਦ ਕਾਸ ਭਾਗੀ ਜੋੜੀ ਦਾ ਹਮ ਕਰ ਸਾਜਣ ਆਏ ਰਾਗੀਆਂ ਸ਼ਬਦ ਸੁਣਾਇਆ ਹਮ ਕਰ ਸਾਜਣ ਆਏ ਰਾਗੀਆਂ ਸ਼ਬਦ ਸੁਣਾਇਆ ਭਾਈ ਸੁਜਾਨ ਉੱਠ ਕੇ ਆਪਣੀ ਪਿਆਰੀ ਪੁੱਤਰੀ ਨੂੰ ਭਾਈ ਸੁਜਾਨ ਉੱਠ ਕੇ ਆਪਣੀ ਪਿਆਰੀ ਪੁੱਤਰੀ ਨੂੰ ਗੁਰਮਰਿਆਦਾ ਕਰਕੇ ਪੱਲਾਇਆਨ ਫੜਾਇਆ ਗੁਰਮਰਿਆਦਾ ਕਰਕੇ ਪੱਲਾਇਆਨ ਫੜਾਇਆ ਲਾਵਾਂ ਪੜੀਆਂ ਤੱਕ ਟਾਪਿਆ ਫੇਰ ਵਜ਼ੀਰ ਨੇ ਲਾਵਾਂ ਪੜੀਆਂ ਬਹਿ ਕੇ ਟਾਪਿਆ ਗੁਰੂ ਵਜ਼ੀਰ ਨੇ ਵਿਆਹ ਹੋਆ ਬਾਬਲਾ ਸ਼ਬਦ ਰਾਗੀਆਂ ਗਾਇਆ ਵਿਆਹ ਹੋਆ ਬਾਬਲਾ ਸ਼ਬਦ ਰਾਗੀਆਂ ਗਾਇਆ ਦਿੱਤੀਆਂ ਫੇਰ ਵਧਾਈਆਂ ਸਭ ਸੱਚੀ ਸਰਕਾਰ ਨੂੰ ਦਿੱਤੀਆਂ ਫੇਰ ਵਧਾਈਆਂ ਸਭ ਸੱਚੀ ਸਰਕਾਰ ਨੂੰ ਤੋਹਫਾ ਸ਼ਾਨ ਸਤਾਰਾ ਮੌਜੀ ਸੱਚ ਸੁਣਾ ਨੇ ਬੜੇ ਵਿਦਵਾਨ ਨੇ ਅਚਾਨਕ ਉਹਨਾਂ ਨੂੰ ਸੱਟ ਲੱਗ ਗਈ ਅਰਦਾਸ ਕਰੋ ਮਹਾਰਾਜ ਉਹਨਾਂ ਨੂੰ ਤੰਦਰੁਸਤੀ ਦੀ ਦਾਤ ਬਖਸ਼ਣ ਬੜੇ ਚੰਗੇ ਲਿਖਾਰੀ ਨੇ ਭਾਈ ਜੱਸਾ ਸਿੰਘ ਕਹਿ ਰਹੇ ਵੀ ਗਿਆਨੀ ਜੀ ਹੋਣਾ ਵੀ ਸੁਣਾਇਆ ਸੀ ਗਿਆਨੀ ਕੇਵਲ ਸਿੰਘ ਕੋਮਲ ਹੋਣਾ ਤੇ ਅੱਜ ਦੂਜੀ ਵਾਰ ਤੁਸੀਂ ਬਾਬਾ ਜੀਵਨ ਸਿੰਘ ਜੀ ਦਾ ਬਾਬੇ ਜੈਤਾ ਜੀ ਦਾ ਵਿਆਹ ਸੰਗਤ ਨਾਲ ਸਾਂਝਾ ਕੀਤਾ ਹੈ ਉਹ ਮਹਾਨ ਨੇ ਉਹ ਵੱਡੇ ਨੇ ਉਹ ਸਿਆਣੇ ਨੇ ਸਾਡੀ ਤੇ ਤੁਛ ਜੀ ਬੁੱਧੀ ਆ ਥੋੜੀ ਬੁੱਧ ਮੁਤਾਬਕ ਬਾਬਾ ਜੀ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਹੈ ਇਹ ਵੱਖਰੀ ਗੱਲ ਵੀ ਤੁਸੀਂ ਪਿਆਰ ਦਿੰਦੇ ਹੋ ਆਪਣੇ ਤਾਂ ਚੰਗੇ ਹੁੰਦੇ ਨੇ ਨਾ ਇਸ ਕਰਕੇ ਤੁਸੀਂ ਪਿਆਰ ਕਰਦੇ ਹੋ ਤੁਸੀਂ ਮੁਹੱਬਤ ਕਰਦੇ ਹੋ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ੇ ਢਾਡੀ ਪਲਵਿੰਦਰ ਸਿੰਘ ਜੀ ਗਿਆਨੀ ਦੇਸਾ ਸਿੰਘ ਦਲੇਰ ਦੇ ਬਰਖੁਰਦਾਰ ਬੇਟੇ ਨੇ ਉਹਨਾਂ ਦੇ ਪਰਿਵਾਰ ਵੱਲੋਂ ਬਹੁਤ ਸਾਰਾ ਪਿਆਰ ਹਾਜ਼ਰ ਹੋਇਆ ਸਤਨਾਮ ਸਿੰਘ ਜੀ ਮਾਨ ਸਰੰਗੀ ਮਾਸਟਰ ਉਹਨਾਂ ਬਚਿੱਤਰ ਸਿੰਘ ਜੀ ਹੋਣਾ ਵੱਲੋਂ ਬਹੁਤ ਸਾਰਾ ਪਿਆਰ ਹਾਜ਼ਰ ਹੋਇਆ ਸੁਖਬੀਰ ਸਿੰਘ ਜੀ ਸਰਹਾਲੀ ਵਾਲੇ ਮਾਇਆ ਭੇਜ ਰਹੇ ਮਹਾਰਾਜ ਨਾਮਦਾਨ ਬਖਸ਼ਣ ਇਤਿਹਾਸ ਕਹਿੰਦੇ ਅਸੀਂ ਬਹੁਤ ਗਲਤੀਆਂ ਕਰ ਗਏ ਸਾਡੀਆਂ ਨਹੀਂ ਚੰਗੇ ਸ਼ਬਦਾਂ ਨੂੰ ਹਿਰਦੇ ਵਿੱਚ ਵਸਾ ਕੇ ਲਾਹ ਲੈਣ ਦਾ ਯਤਨ ਕਰਨਾ ਜੀ ਗਿਆਨੀ ਦੇਸਾ ਸਿੰਘ ਦਲੇਰ ਤਮਾਨ ਪੈਦਾ ਹੋਏ ਉੱਥੇ ਗਿਆਨੀ ਗੁਰਮੁਖ ਸਿੰਘ ਜੀ ਗੁਰਪ੍ਰਵਾਸੀ ਤੇ ਗਿਆਨੀ ਦੇਸਾ ਸਿੰਘ ਜੀ ਦਲੇਰ ਵਾਹਿਗੁਰੂ